ਮੇਰਾ ਨਾਮ ਨੀਸ਼ਾ ਹੈ। ਦਿੱਲੀ ਦੇ ਇੱਕ ਵੱਡੇ ਕਾਲਜ ਦੇ ਪ੍ਰੋਫੈਸਰ ਡਾਕਟਰ ਅਨੁਪਮ ਸਿਰਫ ਅੰਨੇ ਅਤੇ ਅੰਗੂਠਾ ਛਾਪ ਕੁੜੀਆਂ ਨਾਲ ਹੀ ਵਿਆਹ ਕਿਉਂ ਕਰਦੇ ਸੀ, ਉਸ ਦਾ ਰਾਜ਼ ਜਾਣਨ ਲਈ ਮੈਂ ਅੰਨੀ ਬਣ ਕੇ ਉਸ ਕੋਲ ਚਲੀ ਗਈ ਅਤੇ ਡਾਕਟਰ ਅਨੁਪਮ ਨਾਲ ਵਿਆਹ ਕਰ ਲਿਆ। ਵਿਆਹ ਵਾਲੀ ਰਾਤ ਜਦੋਂ ਸਾਰਾ ਸੱਚ ਮੇਰੇ ਸਾਹਮਣੇ ਆਇਆ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੇਰੀ ਉਮਰ 28 ਸਾਲ ਹੈ। ਮੇਰਾ ਵਿਆਹ ਸੀ ਜਦੋਂ ਮੈਂ ਬਹੁਤ ਪਰੇਸ਼ਾਨ ਸੀ। ਪਤਾ ਨਹੀਂ ਕਿੰਨੇ ਸਵਾਲ ਮੇਰੇ ਮਨ ਵਿੱਚ ਹਲਚਲ ਪੈਦਾ ਕਰ ਰਹੇ ਸਨ। ਮੈਂ PhD ਕੀਤੀ ਸੀ ਅਤੇ ਡਾਕਟਰ ਅਨੁਪਮ ਵੀ ਸਾਡੇ ਕਾਲਜ ਦੇ ਬਹੁਤ ਵੱਡੇ ਪ੍ਰੋਫੈਸਰ ਸੀ। ਮੈਂ ਆਪਣੇ ਪਰਿਵਾਰ ਤੋਂ ਚੋਰੀ ਡਾਕਟਰ ਅਨੁਪਮ ਨਾਲ ਕੋਰਟ ਮੈਰਿਜ ਕੀਤੀ ਸੀ। ਕੋਰਟ ਮੈਰਿਜ ਤੋਂ ਬਾਅਦ ਅਸੀਂ ਦੋਵੇਂ ਪਤੀ ਪਤਨੀ ਡਾਕਟਰ ਅਨੁਪਮ ਦੇ ਬੰਗਲੇ ਜਾਣ ਲਈ ਉਸ ਦੀ ਕਾਰ ਵਿੱਚ ਬੈਠ ਗਏ। ਮੈਂ ਆਪਣੀ ਮਰਜ਼ੀ ਨਾਲ ਇਹ ਵਿਆਹ ਕੀਤਾ ਸੀ, ਪਰ ਮੈਨੂੰ ਨਹੀਂ ਪਤਾ ਸੀ ਕਿ ਮੇਰੇ ਉੱਤੇ ਮੁਸੀਬਤਾਂ ਦਾ ਕਿੰਨਾ ਵੱਡਾ ਪਹਾੜ ਡਿੱਗਣ ਵਾਲਾ ਸੀ। ਡਾਕਟਰ ਅਨੁਪਮ, ਜੋ ਮੇਰੇ ਤੋਂ ਕਰੀਬ 15 ਸਾਲ ਵੱਡੇ ਸਨ, ਉਹ ਮੈਨੂੰ ਕੁਝ ਪੁੱਛਣਾ ਚਾਹੁੰਦੇ ਸਨ। ਮੈਂ ਅੰਨੇ ਹੋਣ ਦਾ ਬਹਾਨਾ ਲਗਾਉਣ ਲਈ ਆਪਣੇ ਹੱਥ ਵਿੱਚ ਸੋਟੀ ਫੜੀ ਹੋਈ ਸੀ ਅਤੇ ਆਪਣੀਆਂ ਅੱਖਾਂ ਤੇ ਕਾਲੇ ਰੰਗ ਦੀਆਂ ਐਨਕਾਂ ਵੀ ਲਾਈਆਂ ਹੋਈਆਂ ਸਨ ਤਾਂ ਜੋ ਉਹ ਯਕੀਨ ਕਰ ਸਕਣ ਕਿ ਮੈਂ ਅੰਨੀ ਹਾਂ ਅਤੇ ਆਪਣੀਆਂ ਅੱਖਾਂ ਨਾਲ ਨਹੀਂ ਦੇਖ ਸਕਦੀ। ਡਾਕਟਰ ਅਨੁਪਮ ਸਾਡੇ ਵਿਆਹ ਤੋਂ ਬਹੁਤ ਖੁਸ਼ ਸਨ। ਉਸ ਦੇ ਚਿਹਰੇ ਤੇ ਹਾਵ ਭਾਵ ਦੇਖ ਕੇ ਮੈਨੂੰ ਅੰਦਾਜ਼ਾ ਹੋ ਗਿਆ ਸੀ, ਪਰ ਮੈਂ ਕਾਫੀ ਉਲਝਣ ਵਿੱਚ ਫਸੀ ਹੋਈ ਸੀ। ਮੈਂ ਡਾਕਟਰ ਅਨੁਪਮ ਨੂੰ ਕਿਹਾ ਕਿ ਤੁਹਾਡੇ ਨਾਲ ਵਿਆਹ ਕਰਨ ਤੋਂ ਬਾਅਦ ਮੈਂ ਬਹੁਤ ਖੁਸ਼ ਹਾਂ ਅਤੇ ਬਾਰ-ਬਾਰ ਮੁਸਕਰਾ ਕੇ ਮੈਂ ਉਹਨਾਂ ਨੂੰ ਇਹ ਮਹਿਸੂਸ ਕਰਵਾਉਣਾ ਚਾਹੁੰਦੀ ਸੀ ਕਿ ਮੈਂ ਸੱਚਮੁੱਚ ਬਹੁਤ ਖੁਸ਼ ਹਾਂ। ਸਹੁਰੇ ਘਰ ਆਉਂਦਿਆਂ ਹੀ ਇੱਕ ਬਹੁਤ ਵੱਡਾ ਤੇ ਆਲੀਸ਼ਾਨ ਬੰਗਲਾ ਦੇਖ ਕੇ ਮੈਨੂੰ ਘਬਰਾਹਟ ਆਉਣ ਲੱਗ ਪਈ ਤੇ ਅਚਾਨਕ ਮੈਨੂੰ ਚੱਕਰ ਆਉਣ ਲੱਗੇ। ਮੈਨੂੰ ਡਿੱਗਦੀ ਦੇਖ ਕੇ ਡਾਕਟਰ ਅਨੁਪਮ ਨੇ ਮੈਨੂੰ ਸੰਭਾਲ ਲਿਆ। ਮੇਰੇ ਡਿੱਗਦੇ ਕਦਮ ਮੈਨੂੰ ਜ਼ਿੰਦਗੀ ਦੇ ਕਿਸ ਮੁਕਾਮ ਤੱਕ ਲੈ ਜਾਣਗੇ, ਮੈਨੂੰ ਇਸ ਬਾਰੇ ਕੁਝ ਨਹੀਂ ਪਤਾ ਸੀ। ਉੱਥੇ ਨੌਕਰਾਂ ਨੇ ਮੇਰਾ ਬਹੁਤ ਵਧੀਆ ਤਰੀਕੇ ਨਾਲ ਸਵਾਗਤ ਕੀਤਾ। ਇਸ ਤੋਂ ਬਾਅਦ ਮੈਨੂੰ ਫੜ ਕੇ ਮੇਰੇ ਕਮਰੇ ਵਿੱਚ ਲੈ ਗਏ। ਮੈਂ ਆਪਣੇ ਕਮਰੇ ਵਿੱਚ ਦੁਲਹਨ ਦੇ ਕੱਪੜੇ ਪਾ ਕੇ ਬੈਠੀ ਸੀ। ਵਿਆਹ ਦੀ ਪਹਿਲੀ ਰਾਤ ਸੀ। ਇਹ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿ ਡਾਕਟਰ ਅਨੁਪਮ ਨੂੰ ਫੋਨ ਆਇਆ ਅਤੇ ਇਸ ਤੋਂ ਬਾਅਦ ਉਹ ਕਮਰੇ ਤੋਂ ਬਾਹਰ ਆ ਗਏ ਅਤੇ ਕਾਫੀ ਦੇਰ ਤੱਕ ਫੋਨ ਤੇ ਗੱਲ ਕਰਦੇ ਨੇ। ਮੈਂ ਅੰਦਰੋਂ ਬੇਚੈਨੀ ਮਹਿਸੂਸ ਕਰ ਰਹੀ ਸੀ ਅਤੇ ਮੇਰਾ ਦਿਲ ਬਹੁਤ ਘਬਰਾ ਰਿਹਾ ਸੀ। ਮੈਂ ਡਰ ਵੀ ਰਹੀ ਸੀ ਅਤੇ ਸੋਚ ਰਹੀ ਸੀ ਇਸ ਸਮੇਂ ਡਾਕਟਰ ਅਨੁਪਮ ਕੋਲ ਕਿਸ ਦਾ ਫੋਨ ਆਇਆ ਸੀ ਤੇ ਉਹ ਕਿਸ ਨਾਲ ਗੱਲ ਕਰ ਰਿਹਾ ਸੀ। ਉਹ ਮੇਰੇ ਤੋਂ ਇਸ ਤਰ੍ਹਾਂ ਲੁਕੋ ਕਿਉਂ ਰਿਹਾ ਸੀ। ਜਦੋਂ ਮੈਂ ਡਾਕਟਰ ਅਨੁਪਮ ਨੂੰ ਕਾਲ ਤੇ ਗੱਲ ਕਰਦੇ ਸੁਣਿਆ ਤਾਂ ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਾ। ਉਹ ਕਿਸੇ ਨਾਲ ਗੱਲ ਕਰ ਰਿਹਾ ਸੀ ਅਤੇ ਕਹਿ ਰਿਹਾ ਸੀ, ਨਹੀਂ, ਮੈਂ ਜ਼ਿਆਦਾ ਇੰਤਜ਼ਾਰ ਨਹੀਂ ਕਰ ਸਕਦਾ, ਮੈਂ ਇਹ ਕੰਮ ਜਲਦੀ ਪੂਰਾ ਕਰਨਾ ਹੈ। ਮੈਨੂੰ ਨਹੀਂ ਪਤਾ, ਤੁਸੀਂ ਉਹਨਾਂ ਲੋਕਾਂ ਨੂੰ ਜਲਦੀ ਤੋਂ ਜਲਦੀ ਤਿਆਰ ਕਰੋ ਅਤੇ ਬਹੁਤ ਜਲਦੀ ਮੈਂ ਨੀਸ਼ਾ ਨੂੰ ਉੱਥੇ ਭੇਜਣ ਦਾ ਪ੍ਰਬੰਧ ਕਰ ਦੇਵਾਂਗਾ। ਇਹ ਸੁਣ ਕੇ ਮੈਂ ਬਹੁਤ ਡਰ ਗਈ ਅਤੇ ਮੇਰੇ ਚਿਹਰੇ ਦਾ ਰੰਗ ਉੱਡ ਗਿਆ। ਮੈਨੂੰ ਨਹੀਂ ਪਤਾ ਕਿ ਡਾਕਟਰ ਅਨੁਪਮ ਮੈਨੂੰ ਕਿੱਥੇ ਭੇਜਣ ਦੀ ਗੱਲ ਕਰ ਰਹੇ ਸਨ ਅਤੇ ਉਹ ਕਿਸ ਨੂੰ ਤਿਆਰ ਕਰਨ ਲਈ ਕਹਿ ਰਹੇ ਸਨ। ਮੈਨੂੰ ਨਹੀਂ ਪਤਾ ਸੀ ਕਿ ਉਹ ਕਿਸ ਬਾਰੇ ਗੱਲ ਕਰ ਰਹੇ ਸਨ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਮੈਂ ਬਹੁਤ ਪਰੇਸ਼ਾਨ ਸੀ ਅਤੇ ਮੇਰਾ ਦਿਲ ਧੜਕ ਰਿਹਾ ਸੀ। ਇਸ ਯੋਜਨਾ ਦੇ ਚੱਲਦਿਆਂ ਮੈਂ ਇਹ ਵਿਆਹ ਕਰਵਾਇਆ ਸੀ। ਕੀ ਮੈਂ ਉਸ ਯੋਜਨਾ ਵਿੱਚ ਸਫਲ ਹੋਵਾਂਗੀ ਜਾਂ ਨਹੀਂ, ਮੈਨੂੰ ਅਜੇ ਤੱਕ ਕਿਸੇ ਚੀਜ਼ ਬਾਰੇ ਕੁਝ ਨਹੀਂ ਪਤਾ ਸੀ। ਅਤੇ ਜਦੋਂ ਉਹਨਾਂ ਨੇ ਕਿਹਾ ਕਿ ਤੁਹਾਨੂੰ ਕਿੰਨੇ ਪੈਸੇ ਦੀ ਲੋੜ ਹੈ, ਮੈਂ ਆਪਣਾ ਸਭ ਕੁਝ ਦੇਣ ਲਈ ਤਿਆਰ ਹਾਂ। ਜੋ ਵੀ ਖਰਚਾ ਹੋਵੇਗਾ ਮੈਂ ਦੇਵਾਂਗਾ, ਪਰ ਮੇਰਾ ਕੰਮ ਜਲਦੀ ਤੋਂ ਜਲਦੀ ਕੀਤਾ ਜਾਵੇ। ਇਹ ਸੁਣ ਕੇ ਮੈਂ ਘਬਰਾਉਣ ਲੱਗੀ। ਮੈਨੂੰ ਕਿਸੇ ਹੋਰ ਦੇਸ਼ ਭੇਜ ਕੇ ਵੇਚਣ ਦੀ ਕੋਈ ਗੱਲ ਤਾਂ ਨਹੀਂ ਹੋ ਰਹੀ ਸੀ ਕਿ ਮੇਰੇ ਸੌਦੇ ਦੀ ਕੋਈ ਗੱਲ ਤਾਂ ਨਹੀਂ ਕੀਤੀ ਸੀ, ਪਰ ਪਤਾ ਨਹੀਂ ਮੇਰੇ ਮਨ ਵਿੱਚ ਕਿਹੋ ਜਿਹੇ ਸਵਾਲ ਆ ਰਹੇ ਸਨ ਅਤੇ ਡਾਕਟਰ ਅਨੁਪਮ ਕਿਸ ਪ੍ਰਬੰਧ ਦੀ ਗੱਲ ਕਰ ਰਹੇ ਸਨ। ਮੈਨੂੰ ਕੁਝ ਨਹੀਂ ਪਤਾ ਸੀ। ਇਸ ਕਾਰਨ ਉਹ ਫੋਨ ਤੇ ਗੱਲ ਕਰਨ ਤੋਂ ਬਾਅਦ ਕਮਰੇ ਵੱਲ ਮੁੜਨ ਲੱਗਾ। ਮੈਂ ਤੁਰੰਤ ਆਪਣੀ ਥਾਂ ਤੇ ਜਾ ਕੇ ਬੈਠ ਗਈ। ਉਸਨੇ ਕਿਹਾ ਕਿ ਤੁਹਾਨੂੰ ਪਤਾ ਹੈ, ਇਹ ਮੇਰਾ ਪਹਿਲਾ ਵਿਆਹ ਨਹੀਂ ਹੈ। ਮੈਂ ਤੇਰੇ ਤੋਂ ਪਹਿਲਾਂ ਹੋਰ ਵੀ ਕਈ ਵਿਆਹ ਕੀਤੇ ਹਨ, ਪਰ ਫਿਰ ਵੀ ਮੈਂ ਤੇਰਾ ਰਿਣੀ ਹਾਂ। ਤੂੰ ਮੇਰੇ ਨਾਲ ਵਿਆਹ ਕਰਵਾ ਲਿਆ। ਮੈਂ ਸਿਰ ਹਿਲਾ ਕੇ ਕਿਹਾ, ਭਾਵੇਂ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਡਾਕਟਰ ਅਨੁਪਮ ਨੇ ਮੇਰੇ ਤੋਂ ਪਹਿਲਾਂ ਕਈ ਵਿਆਹ ਕੀਤੇ ਹੋਏ ਹਨ, ਪਰ ਮੈਂ ਇੱਥੇ ਕੁਝ ਅਜਿਹਾ ਜਾਣਨ ਲਈ ਆਈ ਹਾਂ ਜਿਸ ਬਾਰੇ ਕਿਸੇ ਨੂੰ ਪਤਾ ਨਹੀਂ ਸੀ। ਡਾਕਟਰ ਅਨੁਪਮ ਨੇ ਕਿਹਾ, ਮੈਂ ਤੁਹਾਨੂੰ ਇਹ ਸਰਪ੍ਰਾਈਜ਼ ਦੇਣਾ ਚਾਹੁੰਦਾ ਹਾਂ ਜੋ ਮੈਂ ਆਪਣੀ ਹਰ ਪਤਨੀ ਨੂੰ ਦਿੱਤਾ ਹੈ, ਜਿਸ ਕਾਰਨ ਮੇਰੀ ਹਰ ਪਤਨੀ ਦੀ ਜ਼ਿੰਦਗੀ ਆਸਾਨ ਹੋ ਗਈ।
ਮੈਂ ਹੈਰਾਨ ਹੋ ਕੇ ਉਸ ਨੂੰ ਪੁੱਛਿਆ ਕਿ ਕਿਹੜਾ ਸਰਪ੍ਰਾਈਜ਼, ਅਤੇ ਉਸਨੇ ਕਿਹਾ, ਨਹੀਂ, ਹੁਣ ਨਹੀਂ, ਤੁਹਾਨੂੰ ਕੁਝ ਦੱਸਣ ਦਾ ਇਹ ਸਹੀ ਸਮਾਂ ਨਹੀਂ ਹੈ। ਸਹੀ ਸਮਾਂ ਆਉਣ ਤੇ ਤੁਹਾਨੂੰ ਸਭ ਕੁਝ ਸਮਝ ਆ ਜਾਵੇਗਾ। ਇਹ ਕਹਿ ਕੇ ਉਹ ਕਮਰੇ ਤੋਂ ਬਾਹਰ ਚਲਾ ਗਿਆ। ਹੁਣ ਮੈਂ ਆਪਣੇ ਆਪ ਨੂੰ ਕਾਫੀ ਮਜ਼ਬੂਤ ਕਰ ਲਿਆ ਸੀ। ਮੈਂ ਇਸ ਤਰ੍ਹਾਂ ਨਹੀਂ ਡਰ ਸਕਦੀ। ਮੈਨੂੰ ਡਾਕਟਰ ਅਨੁਪਮ ਦੇ ਹਰ ਰਾਜ ਦਾ ਪਰਦਾਫਾਸ਼ ਕਰਨਾ ਹੀ ਸੀ। ਇਹ ਸਭ ਸੋਚਦਿਆਂ ਮੈਂ ਸੌਂ ਗਈ। ਅਗਲੀ ਸਵੇਰ ਜਦੋਂ ਮੈਂ ਉੱਠੀ ਤਾਂ ਮੇਜ਼ ਤੇ ਨਾਸ਼ਤਾ ਰੱਖਿਆ ਹੋਇਆ ਸੀ ਅਤੇ ਮੈਨੂੰ ਬਹੁਤ ਭੁੱਖ ਲੱਗੀ ਹੋਈ ਸੀ। ਮੈਂ ਫਰੈਸ਼ ਹੋਣ ਲਈ ਬਾਥਰੂਮ ਵਿੱਚ ਚਲੀ ਗਈ। ਮੈਂ ਹੈਰਾਨ ਸੀ ਕਿ ਡਾਕਟਰ ਅਨੁਪਮ ਦੀਆਂ ਬਾਕੀ ਪਤਨੀਆਂ ਕਿੱਥੇ ਸਨ ਅਤੇ ਉਹਨਾਂ ਔਰਤਾਂ ਨਾਲ ਕੀ ਕੀਤਾ ਗਿਆ ਸੀ। ਡਾਕਟਰ ਅਨੁਪਮ ਕਾਲਜ ਗਿਆ ਹੋਇਆ ਸੀ ਤਾਂ ਉਸਦਾ ਕਮਰਾ ਤਲਾਸ਼ਣ ਲੱਗੀ। ਸ਼ਾਇਦ ਖੋਜ ਕਰਨ ਨਾਲ ਮੈਨੂੰ ਕੁਝ ਮਿਲ ਜਾਵੇਗਾ। ਮੈਂ ਅਲਮਾਰੀ, ਲੋਕਰ ਅਤੇ ਹਰ ਚੀਜ਼ ਦੀ ਤਲਾਸ਼ੀ ਲੈਣ ਲੱਗੀ ਤਾਂ ਜੋ ਮੈਨੂੰ ਕੋਈ ਸਬੂਤ ਮਿਲ ਸਕੇ। ਪਰ ਫਿਰ ਅਚਾਨਕ ਘਰ ਦੀ ਇੱਕ ਨੌਕਰਾਣੀ ਕਮਰੇ ਵਿੱਚ ਆਈ ਅਤੇ ਮੈਨੂੰ ਦੇਖ ਕੇ ਹੈਰਾਨ ਰਹਿ ਗਈ। ਉਸਨੇ ਕਿਹਾ, ਕੀ ਹੋਇਆ ਮਾਲਕਣ, ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੈ? ਕੁਝ ਲੱਭ ਰਹੇ ਹੋ? ਮੈਨੂੰ ਦੱਸੋ, ਸ਼ਾਇਦ ਮੈਂ ਤੁਹਾਡੀ ਮਦਦ ਕਰ ਸਕਾਂ। ਮੈਂ ਆਪਣੇ ਆਪ ਨੂੰ ਆਰਾਮ ਦਿੱਤਾ। ਮੈਨੂੰ ਲੱਗਿਆ ਕਿ ਨੌਕਰਾਣੀ ਨੂੰ ਪਤਾ ਨਾ ਲੱਗ ਗਿਆ ਹੋਵੇ ਕਿ ਮੈਂ ਅੰਨੀ ਨਹੀਂ ਹਾਂ। ਮੈਂ ਇਸ ਤਰ੍ਹਾਂ ਐਕਟਿੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਕਹਿਣ ਲੱਗੀ, ਨਹੀਂ ਨਹੀਂ, ਮੈਂ ਤਾਂ ਸਾਰਾ ਕੁਝ ਮਹਿਸੂਸ ਕਰਦੇ ਹੋਏ ਬਾਹਰ ਦਾ ਰਾਸਤਾ ਲੱਭ ਰਹੀ ਸੀ। ਫਿਰ ਨੌਕਰਾਣੀ ਨੇ ਆ ਕੇ ਮੈਨੂੰ ਫੜ ਲਿਆ ਅਤੇ ਪੁੱਛਿਆ, ਕੀ ਹੋਇਆ ਮਾਲਕਣ, ਤੁਸੀਂ ਬਾਹਰ ਜਾਣਾ ਚਾਹੁੰਦੇ ਹੋ? ਮੈਂ ਕਿਹਾ, ਹਾਂ, ਮੈਨੂੰ ਪਾਣੀ ਦਾ ਗਲਾਸ ਚਾਹੀਦਾ ਸੀ, ਇਸ ਲਈ ਮੈਂ ਕਿਸੇ ਤੋਂ ਬਾਹਰੋਂ ਪਾਣੀ ਮੰਗਣਾ ਚਾਹੁੰਦੀ ਸੀ। ਤਾਂ ਨੌਕਰਾਣੀ ਨੇ ਮੈਨੂੰ ਗਲਾਸ ਵਿੱਚ ਪਾਣੀ ਦਿੱਤਾ ਅਤੇ ਮੈਨੂੰ ਬੈੱਡ ਤੇ ਬਿਠਾਇਆ। ਮੈਂ ਨੌਕਰਾਣੀ ਨੂੰ ਕਿਹਾ ਕਿ ਤੁਸੀਂ ਹੁਣ ਜਾ ਸਕਦੇ ਹੋ। ਜੇ ਮੈਨੂੰ ਕੋਈ ਮਦਦ ਚਾਹੀਦੀ ਹੋਈ ਤਾਂ ਮੈਂ ਤੁਹਾਨੂੰ ਬੁਲਾ ਲਵਾਂਗੀ। ਨੌਕਰਾਣੀ ਚਲੀ ਗਈ ਅਤੇ ਮੈਂ ਜਲਦੀ ਨਾਲ ਮੰਜੇ ਤੇ ਲੇਟ ਗਈ। ਨੌਕਰਾਣੀ ਦੇ ਆਉਣ ਤੋਂ ਪਹਿਲਾਂ ਮੇਰੇ ਹੱਥ ਕੁਝ ਕਾਗਜ਼ ਲੱਗ ਗਏ ਸਨ। ਨੌਕਰਾਣੀ ਦੇ ਜਾਂਦੇ ਹੀ ਮੈਂ ਝੱਟ ਉਹ ਕਾਗਜ਼ ਕੱਢ ਕੇ ਮੰਜੇ ਤੇ ਬੈਠ ਕੇ ਉਹਨਾਂ ਨੂੰ ਦੇਖਣ ਲੱਗ ਗਈ। ਉਹ ਸ਼ਾਇਦ ਪਾਸਪੋਰਟ, ਵੀਜ਼ਾ ਅਤੇ ਟਿਕਟ ਦੀਆਂ ਫੋਟੋ ਕਾਪੀਆਂ ਸਨ, ਜਿਨ੍ਹਾਂ ਵਿੱਚ ਕੁਝ ਕੁੜੀਆਂ ਦੇ ਨਾਂ ਲਿਖੇ ਹੋਏ ਸਨ। ਮੈਂ ਹੈਰਾਨ ਸੀ ਕਿ ਇਹ ਸਭ ਕੀ ਹੋ ਰਿਹਾ ਹੈ। ਕੁਝ ਹੀ ਦੇਰ ਵਿੱਚ ਡਾਕਟਰ ਅਨੁਪਮ ਕਮਰੇ ਵਿੱਚ ਆ ਗਏ। ਜਦੋਂ ਮੈਨੂੰ ਕਿਸੇ ਦੇ ਆਉਣ ਦਾ ਪਤਾ ਲੱਗਾ ਤਾਂ ਮੈਂ ਝੱਟ ਉਹ ਕਾਗਜ਼ ਛੁਪਾ ਲਏ ਅਤੇ ਮੈਂ ਆਪ ਆਰਾਮ ਨਾਲ ਬੈਠ ਗਈ। ਡਾਕਟਰ ਅਨੁਪਮ ਨੇ ਕਿਹਾ, ਨਿਸ਼ਾ, ਹੁਣ ਤੇਰੇ ਸਰਪ੍ਰਾਈਜ਼ ਦਾ ਸਮਾਂ ਖਤਮ ਹੋ ਗਿਆ ਹੈ। ਮੈਂ ਨੌਕਰਾਂ ਨੂੰ ਕਹਾਂਗਾ ਕਿ ਤੁਹਾਡਾ ਸਮਾਨ ਪੈਕ ਕਰਨਾ ਸ਼ੁਰੂ ਕਰ ਦੇਣ ਅਤੇ ਤੁਸੀਂ ਵੀ ਜਾਣ ਲਈ ਤਿਆਰ ਹੋ ਜਾਓ। ਮੈਂ ਡਾਕਟਰ ਅਨੁਪਮ ਨੂੰ ਪੁੱਛਿਆ ਕਿ ਅਸੀਂ ਕਿੱਥੇ ਅਤੇ ਕਿਉਂ ਜਾ ਰਹੇ ਹਾਂ। ਪਰ ਅਚਾਨਕ ਇੰਨੀ ਜਲਦੀ ਕਿਵੇਂ? ਡਾਕਟਰ ਅਨੁਪਮ ਕਹਿਣ ਲੱਗੇ, ਮੈਂ ਨਹੀਂ, ਸਿਰਫ ਤੁਸੀਂ ਜਾ ਰਹੇ ਹੋ। ਮੈਨੂੰ ਕਾਲਜ ਵਿੱਚ ਕੁਝ ਕੰਮ ਹੈ, ਇਸ ਲਈ ਤੁਸੀਂ ਇਕੱਲੇ ਜਾ ਰਹੇ ਹੋ। ਜਿਵੇਂ ਹੀ ਮੈਂ ਫ੍ਰੀ ਹੋ ਜਾਵਾਂਗਾ ਮੈਂ ਤੁਰੰਤ ਤੁਹਾਡੇ ਕੋਲ ਆ ਜਾਵਾਂਗਾ। ਮੈਂ ਡਾਕਟਰ ਅਨੁਪਮ ਨੂੰ ਕਿਹਾ ਕਿ ਮੈਂ ਇਕੱਲੀ ਕਿੱਥੇ ਜਾ ਰਹੀ ਹਾਂ। ਡਾਕਟਰ ਅਨੁਪਮ ਕਹਿਣ ਲੱਗੇ, ਨਿਸ਼ਾ, ਚਿੰਤਾ ਨਾ ਕਰੋ, ਤੁਸੀਂ ਉੱਥੇ ਇਕੱਲੇ ਨਹੀਂ ਹੋਵੋਗੇ। ਤੁਹਾਨੂੰ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ। ਉੱਥੇ ਹੋਰ ਲੋਕ ਵੀ ਹਨ ਜੋ ਤੁਹਾਡਾ ਸਮਰਥਨ ਕਰਨ ਲਈ ਹਨ। ਤੁਸੀਂ ਉੱਥੇ ਬਿਲਕੁਲ ਵੀ ਇਕੱਲਾ ਮਹਿਸੂਸ ਨਹੀਂ ਕਰੋਗੇ। ਮੈਂ ਮਨ ਵਿੱਚ ਸੋਚਿਆ ਕਿ ਪਤਾ ਨਹੀਂ ਮੈਨੂੰ ਕਿੱਥੇ ਭੇਜਣ ਦੀ ਤਿਆਰੀ ਹੋ ਰਹੀ ਹੈ। ਮੈਂ ਡਾਕਟਰ ਅਨੁਪਮ ਨੂੰ ਕਈ ਵਾਰ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਉਹ ਮੈਨੂੰ ਕਿੱਥੇ ਭੇਜ ਰਹੇ ਸਨ। ਪਰ ਉਸਨੇ ਮੇਰੀ ਗੱਲ ਨੂੰ ਅਣਸੁਣਿਆ ਕਰ ਦਿੱਤਾ ਅਤੇ ਮੈਨੂੰ ਕੁਝ ਨਾ ਦੱਸਿਆ। ਹੁਣ ਮੈਂ ਸੱਚਾਈ ਜਾਣਨੀ ਸੀ, ਇਸ ਲਈ ਮੈਨੂੰ ਜਿੱਥੇ ਵੀ ਉਹ ਭੇਜ ਰਹੇ ਸਨ ਉੱਥੇ ਜਾਣਾ ਪਵੇਗਾ। ਨੌਕਰਾਣੀ ਨੇ ਮੇਰਾ ਸਮਾਨ ਪੈਕ ਕਰ ਦਿੱਤਾ ਅਤੇ ਮੈਂ ਹਿੰਮਤ ਜੁਟਾ ਕੇ ਜਾਣ ਲਈ ਤਿਆਰ ਹੋ ਗਈ। ਮੈਂ ਤੇ ਡਾਕਟਰ ਅਨੁਪਮ ਕਾਰ ਵਿੱਚ ਬੈਠ ਗਏ। ਉਹ ਲਗਾਤਾਰ ਕਿਸੇ ਨਾ ਕਿਸੇ ਨਾਲ ਕਾਲ ਤੇ ਗੱਲ ਕਰ ਰਿਹਾ ਸੀ ਅਤੇ ਇਸ ਦੌਰਾਨ ਉਸਨੇ ਮੈਨੂੰ ਵੀਜ਼ਾ ਅਤੇ ਪਾਸਪੋਰਟ ਵੀ ਦੇ ਦਿੱਤੇ ਅਤੇ ਫਲਾਈਟ ਦੀਆਂ ਟਿਕਟਾਂ ਵੀ ਦਿੱਤੀਆਂ। ਡਾਕਟਰ ਅਨੁਪਮ ਮੈਨੂੰ ਏਅਰਪੋਰਟ ਛੱਡਣ ਆਏ ਸਨ। ਮੈਨੂੰ ਅਮਰੀਕਾ ਭੇਜ ਰਹੇ ਸੀ ਅਤੇ ਕੌਣ ਜਾਣਦਾ ਹੈ ਕਿ ਉੱਥੇ ਮੇਰੇ ਨਾਲ ਕੀ ਵਾਪਰਨਾ ਸੀ। ਇਹ ਸਭ ਸੋਚ ਕੇ ਮੈਨੂੰ ਚਿੰਤਾ ਵੀ ਹੋ ਰਹੀ ਸੀ ਅਤੇ ਡਰ ਵੀ ਲੱਗ ਰਿਹਾ ਸੀ, ਪਰ ਮੈਨੂੰ ਹਿੰਮਤ ਨਾਲ ਕੰਮ ਕਰਨਾ ਪਿਆ। ਡਾਕਟਰ ਅਨੁਪਮ ਕਾਲ ਤੇ ਕਿਸੇ ਨੂੰ ਕਹਿ ਰਹੇ ਸਨ, ਮੈਂ ਹੁਣੇ ਨਹੀਂ ਆ ਸਕਦਾ, ਪਰ ਚਿੰਤਾ ਨਾ ਕਰੋ, ਮੈਂ ਜਲਦੀ ਆਵਾਂਗਾ। ਪਰ ਮੈਂ ਨਿਸ਼ਾ ਨੂੰ ਇਸ ਸਮੇਂ ਇੱਥੇ ਭੇਜ ਰਿਹਾ ਹਾਂ। ਤੁਸੀਂ ਸਭ ਕੁਝ ਸੰਭਾਲ ਲੈਣਾ ਅਤੇ ਨਿਸ਼ਾ ਦਾ ਬਹੁਤ ਧਿਆਨ ਰੱਖਣਾ ਅਤੇ ਤੁਸੀਂ ਜਾਣਦੇ ਹੋ ਕਿ ਤੁਹਾਨੂੰ ਅੱਗੇ ਕੀ ਕਰਨਾ ਹੈ। ਮੇਰਾ ਕੰਮ ਵਧੀਆ ਹੋਣਾ ਚਾਹੀਦਾ ਹੈ ਅਤੇ ਹਰ ਵਾਰ ਦੀ ਤਰ੍ਹਾਂ ਤੁਸੀਂ ਮੈਨੂੰ ਖੁਸ਼ ਕਰ ਦੇਣਾ। ਮੈਨੂੰ ਸ਼ਿਕਾਇਤ ਦਾ ਕੋਈ ਮੌਕਾ ਨਹੀਂ ਚਾਹੀਦਾ। ਇਹ ਠੀਕ ਹੈ ਤਾਂ ਤੁਸੀਂ ਮੇਰੇ ਸ਼ਬਦਾਂ ਦਾ ਅਰਥ ਚੰਗੀ ਤਰ੍ਹਾਂ ਸਮਝਦੇ ਹੋ। ਡਾਕਟਰ ਅਨੁਪਮ ਦੀਆਂ ਗੱਲਾਂ ਸੁਣ ਕੇ ਮੇਰਾ ਦਿਲ ਹੋਰ ਵੀ ਵੱਧ ਘਬਰਾਉਣ ਲੱਗਾ। ਡਾਕਟਰ ਅਨੁਪਮ ਨੇ ਮੇਰੇ ਵੱਲ ਦੇਖਿਆ ਅਤੇ ਪੁੱਛਿਆ, ਕੀ ਹੋਇਆ ਨਿਸ਼ਾ, ਤੁਸੀਂ ਬਹੁਤ ਚਿੰਤਤ ਲੱਗ ਰਹੇ ਹੋ। ਮੈਂ ਕਿਹਾ, ਤੁਸੀਂ ਮੇਰੇ ਨਾਲ ਕਿਉਂ ਨਹੀਂ ਆਉਂਦੇ? ਫਿਰ ਉਸਨੇ ਕਿਹਾ
ਕਿ ਚਿੰਤਾ ਨਾ ਕਰ, ਮੈਂ ਤੁਹਾਡੇ ਨਾਲ ਹਾਂ, ਤੁਹਾਨੂੰ ਉੱਥੇ ਕੋਈ ਸਮੱਸਿਆ ਨਹੀਂ ਹੋਵੇਗੀ ਅਤੇ ਮੈਂ ਜਲਦੀ ਹੀ ਆਪਣੇ ਕੰਮ ਤੋਂ ਵਿਹਲਾ ਹੋ ਕੇ ਤੁਹਾਡੇ ਕੋਲ ਆ ਜਾਵਾਂਗਾ। ਇਹ ਕਹਿ ਕੇ ਉਹ ਮੁਸਕਰਾਉਣ ਲੱਗ ਪਿਆ। ਅਸੀਂ ਕੁਝ ਦੇਰ ਵਿੱਚ 에ਅਰਪੋਰਟ ਪਹੁੰਚ ਗਏ। ਫਲਾਈਟ ਵਿੱਚ ਥੋੜਾ ਸਮਾਂ ਸੀ ਅਤੇ ਡਾਕਟਰ ਅਨੁਪਮ ਕਾਹਲੀ ਵਿੱਚ ਲੱਗ ਰਹੇ ਸਨ। ਇਉਂ ਲੱਗਦਾ ਸੀ ਜਿਵੇਂ ਉਹ ਮੈਨੂੰ ਭੇਜਣ ਲਈ ਬਹੁਤ ਉਤਾਵਲਾ ਹੋ ਰਿਹਾ ਹੋਵੇ। ਫਲਾਈਟ ਦਾ ਸਮਾਂ ਹੋ ਗਿਆ ਸੀ ਅਤੇ ਉਹ ਮੈਨੂੰ ਦੇਖਣ ਲੱਗਾ ਅਤੇ ਬਾਹਰੋਂ ਉਹ ਬਹੁਤ ਖੁਸ਼ ਦਿਖਾਈ ਦੇ ਰਿਹਾ ਸੀ, ਪਰ ਮੇਰਾ ਦਿਲ ਬਹੁਤ ਡਰਿਆ ਹੋਇਆ ਸੀ। ਮੈਨੂੰ ਨਹੀਂ ਪਤਾ ਸੀ ਕਿ ਮੈਨੂੰ ਅਮਰੀਕਾ ਕਿਉਂ ਭੇਜਿਆ ਜਾ ਰਿਹਾ ਹੈ। ਹੁਣ ਮੈਂ ਫਲਾਈਟ ਵਿੱਚ ਸਵਾਰ ਹੋ ਗਈ ਸੀ। ਹੁਣ ਮੇਰਾ ਪੂਰਾ ਧਿਆਨ ਆਪਣੇ ਉਦੇਸ਼ ਵੱਲ ਸੀ। ਇਸ ਮਕਸਦ ਲਈ ਮੈਂ ਵਿਆਹ ਕਰਵਾ ਲਿਆ। ਮੈਂ ਇਸ ਉਦੇਸ਼ ਨੂੰ ਪੂਰਾ ਕਰਨਾ ਸੀ ਅਤੇ ਸਾਰਾ ਸੱਚ ਸਾਹਿਬ ਦੇ ਸਾਹਮਣੇ ਲਿਆਉਣਾ ਸੀ। ਮੈਂ ਅਮਰੀਕਾ ਦੇ 에ਅਰਪੋਰਟ ਤੇ ਪਹੁੰਚ ਗਈ ਸੀ। ਇੱਕ ਸੋਹਣਾ ਮੁੰਡਾ ਮੈਨੂੰ ਲੈਣ ਆਇਆ। ਉਸ ਨੂੰ ਦੇਖਦਿਆਂ ਹੀ ਮੇਰਾ ਦਿਲ ਧੜਕਣ ਲੱਗਾ। ਜਦੋਂ ਉਸਨੇ ਕਿਹਾ ਕਿ ਤੁਸੀਂ ਨੀਸ਼ਾ ਹੋ, ਮੈਂ ਕਿਹਾ ਹਾਂ, ਮੈਂ ਨੀਸ਼ਾ ਹਾਂ। ਤਾਂ ਉਸਨੇ ਕਿਹਾ ਠੀਕ ਹੈ, ਤੁਸੀਂ ਮੇਰੇ ਨਾਲ ਆਓ, ਮੈਂ ਤੁਹਾਨੂੰ ਲੈਣ ਆਇਆ ਹਾਂ। ਪਤਾ ਨਹੀਂ ਉਹ ਮੁੰਡਾ ਕੌਣ ਸੀ ਤੇ ਹੁਣ ਮੈਨੂੰ ਕਿੱਥੇ ਲੈ ਕੇ ਜਾਵੇਗਾ। ਮੇਰੇ ਦਿਲ ਵਿੱਚ ਇਹੋ ਵਿਚਾਰ ਆ ਰਹੇ ਸਨ। ਮੈਂ ਉਸ ਨਾਲ ਬਹੁਤ ਵੱਡੀ ਅਤੇ ਮਹਿੰਗੀ ਕਾਰ ਵਿੱਚ ਬੈਠ ਗਈ। ਅਸੀਂ ਦੋਵੇਂ ਕਾਰ ਵਿੱਚ ਬੈਠ ਕੇ ਚਲੇ ਗਏ। ਉਸ ਨੇ ਮੈਨੂੰ ਮੈਡਮ ਕਹਿ ਕੇ ਡਾਕਟਰ ਅਨੁਪਮ ਦੀ ਤਾਰੀਫ ਕਰਨੀ ਸ਼ੁਰੂ ਕਰ ਦਿੱਤੀ ਅਤੇ ਸਾਰੇ ਰਸਤੇ ਗੱਲਾਂ ਕਰਦੇ ਰਹੇ ਅਤੇ ਡਾਕਟਰ ਅਨੁਪਮ ਦੇ ਗੁਣ ਗਾਉਂਦੇ ਰਹੇ। ਉਹਨਾਂ ਨੇ ਕਿਹਾ ਕਿ ਡਾਕਟਰ ਅਨੁਪਮ ਬਹੁਤ ਹੀ ਨੇਕ ਇਨਸਾਨ ਹਨ। ਪਰਮਾਤਮਾ ਨੇ ਉਸ ਨੂੰ ਬਹੁਤ ਧਨ ਦੌਲਤ ਦਿੱਤੀ ਹੈ, ਪਰ ਫਿਰ ਵੀ ਉਸ ਨੂੰ ਕੋਈ ਹੰਕਾਰ ਨਹੀਂ ਹੈ। ਮੈਨੂੰ ਇਹ ਸੁਣ ਕੇ ਬਹੁਤ ਹੈਰਾਨੀ ਹੋਈ ਕਿ ਇਹ ਡਾਕਟਰ ਅਨੁਪਮ ਦੀ ਬਹੁਤ ਤਾਰੀਫ ਕਰ ਰਿਹਾ ਸੀ, ਪਰ ਉਹ ਇਸ ਤਾਰੀਫ ਦੇ ਲਾਇਕ ਨਹੀਂ ਸੀ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਮੈਂ ਅਮਰੀਕਾ ਦੇ ਮਾਹੌਲ ਤੋਂ ਕਾਫੀ ਹੈਰਾਨ ਸੀ। ਚਾਰੇ ਪਾਸੇ ਇੱਕ ਵੱਖਰੀ ਕਿਸਮ ਦਾ ਮਾਹੌਲ ਸੀ। ਅਮਰੀਕਾ ਦੇ ਲੋਕ ਭਾਰਤ ਦੇ ਲੋਕਾਂ ਨਾਲੋਂ ਬਿਲਕੁਲ ਵੱਖਰੇ ਸਨ। ਮੈਂ ਆਪਣੇ ਕਾਲੇ ਸ਼ੀਸ਼ਿਆਂ ਦੀ ਐਨਕ ਦੇ ਵਿੱਚੋਂ ਦੀ ਲੁਕ ਛਿਪ ਕੇ ਹੈਰਾਨੀ ਨਾਲ ਆਲੇ ਦੁਆਲੇ ਦੇਖ ਰਹੀ ਸੀ। ਸਾਡੀ ਕਾਰ ਹਸਪਤਾਲ ਵਰਗੇ ਬਹੁਤ ਵੱਡੇ ਇੰਸਟੀਚਿਊਟ ਦੇ ਸਾਹਮਣੇ ਆ ਕੇ ਰੁਕ ਗਈ। ਬਾਹਰੋਂ ਜਿਵੇਂ ਹੀ ਮੈਂ ਹੇਠਾਂ ਉਤਰੀ ਤਾਂ ਲੱਗਦਾ ਸੀ ਕੋਈ ਵੱਡੀ ਯੂਨੀਵਰਸਿਟੀ ਕਿਸਮ ਜਾਂ ਸ਼ਾਇਦ ਕੋਈ ਹੋਸਟਲ ਹੋਵੇ। ਐਨੇ ਵਿੱਚ ਮੁੰਡੇ ਦਾ ਫੋਨ ਵੱਜਣ ਲੱਗਾ। ਸ਼ਾਇਦ ਉਸ ਨੂੰ ਡਾਕਟਰ ਅਨੁਪਮ ਦਾ ਹੀ ਫੋਨ ਆਇਆ। ਲੜਕੇ ਨੇ ਕਿਹਾ, ਨੀਸ਼ਾ ਮੈਡਮ ਮੇਰੇ ਕੋਲ ਹੈ, ਫਿਕਰ ਨਾ ਕਰੋ ਸਰ, ਅਸੀਂ ਆਪਣੀ ਜਗ੍ਹਾ ਪਹੁੰਚ ਗਏ ਹਾਂ ਅਤੇ ਮੈਡਮ ਵੀ ਮੇਰੇ ਨਾਲ ਹੈ। ਮੈਂ ਮੈਡਮ ਨੂੰ ਇੱਥੇ ਲੈ ਆਇਆ ਹਾਂ। ਹੁਣ ਬਹੁਤ ਜਲਦੀ ਤੁਹਾਡਾ ਕੰਮ ਵੀ ਹੋ ਜਾਵੇਗਾ। ਮੈਂ ਬੜੀ ਹੈਰਾਨੀ ਨਾਲ ਆਲੇ ਦੁਆਲੇ ਦੇਖ ਰਹੀ ਸੀ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਕਿਹੜੀ ਜਗ੍ਹਾ ਹੈ। ਮੁੰਡੇ ਨੇ ਕਿਹਾ, ਚਲੋ ਮੈਡਮ ਜੀ ਅੰਦਰ ਚਲੀਏ। ਮੈਂ ਮੁੰਡੇ ਨੂੰ ਪੁੱਛਿਆ ਕਿ ਅਸੀਂ ਕਿੱਥੇ ਆਏ ਹਾਂ ਅਤੇ ਇਹ ਕਿਹੜੀ ਜਗ੍ਹਾ ਹੈ। ਉਹ ਮੁਸਕਰਾਉਣ ਲੱਗਾ। ਉਸ ਦੀ ਦੱਬੀ ਹੋਈ ਮੁਸਕਰਾਹਟ ਕਾਰਨ ਮੈਂ ਅੰਦਰੋਂ ਡਰਨ ਲੱਗੀ ਅਤੇ ਮੈਂ ਉਸ ਦੇ ਪਿੱਛੇ ਪਿੱਛੇ ਜਾਣ ਲੱਗੀ। ਉਸ ਨੇ ਅੱਗੇ ਚੱਲ ਕੇ ਕਿਹਾ ਕਿ ਇਹ ਤਾਂ ਕੁਝ ਦਿਨਾਂ ਦੀ ਗੱਲ ਹੈ, ਫਿਰ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਫਰਕ ਆ ਜਾਵੇਗਾ। ਮੁੰਡਾ ਮੇਰਾ ਹੱਥ ਫੜ ਕੇ ਇੱਕ ਕਮਰੇ ਵਿੱਚ ਲੈ ਗਿਆ ਅਤੇ ਉੱਥੇ ਜਾ ਕੇ ਮੈਨੂੰ ਬਿਠਾਇਆ ਅਤੇ ਲੜਕੇ ਨੇ ਮੈਨੂੰ ਕਿਹਾ ਕਿ ਮੈਂ ਹੁਣੇ ਹੀ ਆ ਜਾਵਾਂਗਾ, ਤੁਸੀਂ ਇੱਥੇ ਬੈਠ ਕੇ ਮੇਰਾ ਇੰਤਜ਼ਾਰ ਕਰੋ। ਜਿਵੇਂ ਹੀ ਮੁੰਡਾ ਬਾਹਰ ਗਿਆ, ਮੈਂ ਮੌਕਾ ਪਾ ਕੇ ਸਾਹਮਣੇ ਰੱਖੀ ਅਲਮਾਰੀ ਦੀ ਤਲਾਸ਼ੀ ਕਰਨ ਲੱਗੀ। ਮੈਂ ਉੱਥੇ ਇੱਕ ਫਾਈਲ ਦੇਖੀ। ਮੈਂ ਹੈਰਾਨ ਸੀ ਕਿ ਇਸ ਫਾਈਲ ਵਿੱਚ ਉਹਨਾਂ ਹੀ ਕੁੜੀਆਂ ਦੇ ਨਾਮ ਲਿਖੇ ਹੋਏ ਸਨ ਜੋ ਮੈਂ ਉਸ ਦੇ ਡਾਕਟਰ ਅਨੁਪਮ ਦੀ ਅਲਮਾਰੀ ਵਿੱਚੋਂ ਮਿਲੇ ਕਾਗਜ਼ਾਂ ਵਿੱਚ ਦੇਖੇ ਸਨ। ਇੱਥੇ ਪਾਸਪੋਰਟ, ਵੀਜ਼ੇ ਦੀ ਫੋਟੋ ਸਟੇਟਸ ਵੀ ਸੀ। ਕੀ ਇਹ ਡਾਕਟਰ ਅਨੁਪਮ ਦੀਆਂ ਪਤਨੀਆਂ ਸਨ? ਪਰ ਇਹ ਸਾਰੇ ਦਸਤਾਵੇਜ਼ ਇੱਥੇ ਕੀ ਕਰ ਰਹੇ ਸਨ? ਕੀ ਉਹਨਾਂ ਕੁੜੀਆਂ ਨੂੰ ਵੀ ਇੱਥੇ ਲਿਆਂਦਾ ਗਿਆ ਸੀ ਅਤੇ ਕੀ ਉਹਨਾਂ ਨਾਲ ਕੁਝ ਗਲਤ ਤਾਂ ਨਹੀਂ ਕੀਤਾ ਗਿਆ ਸੀ? ਪਤਾ ਨਹੀਂ ਉਹਨਾਂ ਦਾ ਕੀ ਮਤਲਬ ਸੀ। ਕਈ ਸਵਾਲ ਮੇਰੇ ਮਨ ਵਿੱਚ ਆ ਰਹੇ ਸਨ। ਮੈਂ ਫਟਾਫਟ ਉਹ ਫਾਈਲ ਖੋਲ ਕੇ ਪੜ੍ਹਨਾ ਸ਼ੁਰੂ ਕਰ ਦਿੱਤਾ, ਪਰ ਫਾਈਲ ਪੜ੍ਹ ਕੇ ਇੰਜ ਲੱਗਾ ਜਿਵੇਂ ਮੇਰੀ ਜਾਨ ਨਿਕਲ ਗਈ ਹੋਵੇ ਅਤੇ ਮੇਰੇ ਸਿਰ ਤੇ ਅਸਮਾਨ ਡਿੱਗ ਪਿਆ ਹੋਵੇ। ਮੈਂ ਉੱਥੇ ਆਪਣਾ ਸਿਰ ਫੜ ਕੇ ਬੈਠ ਗਈ ਅਤੇ ਮੇਰੇ ਚਿਹਰੇ ਤੇ ਸਾਫ਼ ਦਿਖਾਈ ਦੇ ਰਿਹਾ ਸੀ ਕਿ ਮੈਂ ਪੂਰੀ ਤਰ੍ਹਾਂ ਡਰੀ ਹੋਈ ਹਾਂ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਹੁਣ ਮੈਂ ਕੀ ਕਰਾਂ? ਇੱਥੇ ਸਭ ਕੁਝ ਮੇਰੇ ਵਿਚਾਰ ਨਾਲੋਂ ਬਿਲਕੁਲ ਵੱਖਰਾ ਨਿਕਲਿਆ। ਮੈਂ ਇੱਕ ਵੱਡੀ ਸਥਿਤੀ ਵਿੱਚ ਫਸੀ ਹੋਈ ਸੀ। ਮੈਂ ਬਹੁਤ ਚਿੰਤਤ ਸੀ ਕਿ ਹੁਣ ਮੈਂ ਕੀ ਕਰਾਂ ਅਤੇ ਸੱਚਾਈ ਦਾ ਪਤਾ ਕਿਵੇਂ ਕਰਾਂ। ਡਾਕਟਰ ਅਨੁਪਮ ਨੇ ਕੁਝ ਦੇਰ ਬਾਅਦ ਦਰਵਾਜ਼ਾ ਖੋਲ੍ਹ ਦਿੱਤਾ ਅਤੇ ਕਮਰੇ ਦੇ ਅੰਦਰ ਆ ਗਏ। ਮੈਂ ਉਹਨਾਂ ਨੂੰ ਦੇਖ ਕੇ ਘਬਰਾ ਗਈ। ਉਹ ਬਹੁਤ ਗੁੱਸੇ ਵਿੱਚ ਨਜ਼ਰ ਆ ਰਹੇ ਸੀ। ਮੇਰੇ ਵੱਲ ਦੇਖ ਕੇ ਉਸਨੇ ਕਿਹਾ, ਨੀਸ਼ਾ, ਮੈਂ ਤੁਹਾਨੂੰ ਉਸ ਦਿਨ ਤੋਂ ਜਾਣਦਾ ਹਾਂ
ਜਦੋਂ ਨੌਕਰਾਣੀ ਨੇ ਤੇਰੇ ਬਾਰੇ ਮੈਨੂੰ ਦੱਸਿਆ ਸੀ। ਨੌਕਰਾਣੀ ਨੇ ਮੈਨੂੰ ਪਹਿਲਾਂ ਹੀ ਦੱਸਿਆ ਸੀ ਕਿ ਤੁਸੀਂ ਉਸ ਦਿਨ ਮੇਰੇ ਕਮਰੇ ਦੀ ਤਲਾਸ਼ੀ ਲੈ ਰਹੇ ਸੀ। ਇਹ ਸੁਣ ਕੇ ਮੈਨੂੰ ਪਸੀਨਾ ਆਉਣ ਲੱਗਾ। ਡਾਕਟਰ ਅਨੁਪਮ ਨੇ ਕਿਹਾ, ਨਿਸ਼ਾ, ਮੈਂ ਤੈਨੂੰ ਜਾਣਦਾ ਹਾਂ। ਤੇਰਾ ਮੇਰੇ ਨਾਲ ਵਿਆਹ ਕਰਨ ਪਿੱਛੇ ਕੋਈ ਹੋਰ ਕਾਰਨ ਹੈ। ਤੁਸੀਂ ਆਪਣੇ ਕਿਸੇ ਮਕਸਦ ਵਿੱਚ ਸਫਲ ਹੋਣਾ ਚਾਹੁੰਦੇ ਹੋ ਅਤੇ ਸ਼ਾਇਦ ਤੁਸੀਂ ਇੱਥੇ ਮੇਰੀ ਸੱਚਾਈ ਜਾਣਨ ਲਈ ਆਏ ਹੋ, ਪਰ ਹੁਣ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ। ਮੈਂ ਕਿਹਾ, ਹਾਂ, ਮੈਨੂੰ ਸਭ ਪਤਾ ਹੈ। ਮੈਨੂੰ ਪਤਾ ਲੱਗ ਗਿਆ ਹੈ ਕਿ ਤੁਸੀਂ ਕਿੰਨੇ ਮਾੜੇ ਵਿਅਕਤੀ ਹੋ ਅਤੇ ਮੈਨੂੰ ਇਹ ਵੀ ਪਤਾ ਹੈ ਕਿ ਤੁਸੀਂ ਅਤੇ ਤੁਹਾਡੀਆਂ ਸਾਰੀਆਂ ਅੰਨੀਆਂ ਪਤਨੀਆਂ ਇੱਥੇ ਹਨ। ਇਹ ਕਹਿ ਕੇ ਮੈਂ ਚੁੱਪ ਹੋ ਗਈ ਅਤੇ ਡਾਕਟਰ ਅਨੁਪਮ ਕਹਿਣ ਲੱਗੇ, ਮੈਨੂੰ ਬਹੁਤ ਅਫਸੋਸ ਹੈ ਕਿ ਤੁਸੀਂ ਸਭ ਕੁਝ ਦੇਖ ਸਕਦੇ ਹੋ, ਤੁਸੀਂ ਅੰਨੇ ਨਹੀਂ ਹੋ। ਮੈਂ ਰੋਈ ਅਤੇ ਕਿਹਾ, ਹਾਂ, ਮੈਂ ਸਭ ਕੁਝ ਦੇਖ ਸਕਦੀ ਹਾਂ ਅਤੇ ਮੈਂ ਅੰਨੀ ਨਹੀਂ ਹਾਂ ਅਤੇ ਮੈਂ ਇਹ ਵਿਆਹ ਸਿਰਫ ਤੁਹਾਡੇ ਬਾਰੇ ਜਾਣਨ ਲਈ ਕੀਤਾ ਹੈ। ਇਹ ਸੁਣ ਕੇ ਡਾਕਟਰ ਅਨੁਪਮ ਨੇ ਕਿਹਾ, ਤੁਸੀਂ ਸਾਰਾ ਜਾਣਨਾ ਚਾਹੁੰਦੇ ਹੋ ਕਿ ਮੈਂ ਇਹ ਸਭ ਕਿਉਂ ਕੀਤਾ? ਆਖਰ ਇਸ ਸਭ ਦੇ ਪਿੱਛੇ ਸੱਚ ਕੀ ਹੈ? ਪਰ ਇਸ ਤੋਂ ਪਹਿਲਾਂ ਆਪਣੇ ਬਾਰੇ ਦੱਸੋ, ਤੁਸੀਂ ਕੌਣ ਹੋ? ਆਖਰਕਾਰ ਤੁਸੀਂ ਮੇਰੇ ਨਾਲ ਵਿਆਹ ਕਿਉਂ ਕੀਤਾ ਅਤੇ ਤੁਹਾਡੇ ਲਈ ਮੇਰੇ ਨਾਲ ਵਿਆਹ ਕਰਨ ਦਾ ਕੀ ਮਤਲਬ ਹੈ? ਤੁਸੀਂ ਇੱਥੇ ਕਿਸ ਮਕਸਦ ਲਈ ਆਏ ਹੋ? ਮੈਂ ਰੋਣ ਲੱਗ ਪਈ ਅਤੇ ਮੈਂ ਆਪਣਾ ਸਿਰ ਫੜ ਕੇ ਬੈਠ ਗਈ ਅਤੇ ਨਾਲ ਹੀ ਡਾਕਟਰ ਅਨੁਪਮ ਨੂੰ ਸਾਰੀ ਗੱਲ ਦੱਸਣ ਲੱਗੀ। ਮੈਂ ਉਹਨਾਂ ਨੂੰ ਦੱਸਿਆ ਕਿ ਕਨਿਸ਼ਕ ਮੇਰੀ ਦੋਸਤ ਸੀ। ਉਸ ਨੇ ਪੂਰੀ ਹੈਰਾਨੀ ਨਾਲ ਮੇਰੇ ਵੱਲ ਦੇਖਿਆ ਅਤੇ ਕਿਹਾ, ਤੁਸੀਂ ਮੇਰੀ ਪਤਨੀ ਕਨਿਸ਼ਕ ਦੀ ਗੱਲ ਕਰ ਰਹੇ ਹੋ? ਮੈਂ ਕਿਹਾ, ਹਾਂ, ਤੁਸੀਂ ਸਹੀ ਹੋ। ਕਨਿਸ਼ਕ ਜੋ ਤੁਹਾਡੀ ਪਤਨੀ ਸੀ, ਮੇਰੀ ਬਹੁਤ ਨਜ਼ਦੀਕੀ ਦੋਸਤ ਹੈ। ਅਸੀਂ ਦੋਵੇਂ ਬਚਪਨ ਤੋਂ ਹੀ ਇਕੱਠੇ ਵੱਡੇ ਹੋਏ ਹਾਂ ਅਤੇ ਉਸਨੇ ਮੇਰਾ ਅਤੇ ਮੈਂ ਆਪਣੀ ਦੋਸਤ ਦਾ ਜਵਾਨੀ ਤੱਕ ਕਦੇ ਸਾਥ ਨਹੀਂ ਛੱਡਿਆ ਸੀ। ਤੁਸੀਂ ਜਾਣਦੇ ਹੋ ਕਿ ਕਨਿਸ਼ਕ ਇੱਕ ਬਹੁਤ ਹੀ ਸਧਾਰਨ ਅਤੇ ਨੇਤਰਹੀਣ ਲੜਕੀ ਸੀ ਅਤੇ ਉਸਦੇ ਮਾਤਾ-ਪਿਤਾ ਬਹੁਤ ਗਰੀਬ ਲੋਕ ਸਨ, ਪਰ ਮੈਂ ਇੱਕ ਮੱਧ ਵਰਗੀ ਪਰਿਵਾਰ ਵਿੱਚੋਂ ਹਾਂ। ਮੈਂ ਤੁਹਾਡੇ ਕਾਲਜ ਦੀ ਇੱਕ ਪ੍ਰਾਈਵੇਟ ਵਿਦਿਆਰਥੀ ਹਾਂ, ਇਸੇ ਕਰਕੇ ਮੇਰੇ ਕਾਲਜ ਵਿੱਚ ਤੁਹਾਡੇ ਨਾਲ ਕਦੇ ਕੋਈ ਗੱਲਬਾਤ ਨਹੀਂ ਹੋਈ। ਇੱਕ ਦਿਨ ਮੈਂ ਆਪਣੀ ਦੋਸਤ ਕਨਿਸ਼ਕ ਦੇ ਘਰ ਗਈ ਅਤੇ ਅਸੀਂ ਦੋਵੇਂ ਬੈਠੇ ਗੱਲਾਂ ਕਰ ਰਹੇ ਸੀ। ਫਿਰ ਕਨਿਸ਼ਕ ਦੀ ਮਾਂ ਸਾਡੇ ਕੋਲ ਆਈ ਅਤੇ ਮੈਨੂੰ ਕਹਿਣ ਲੱਗੀ, ਬੇਟੀ ਨਿਸ਼ਾ, ਤੁਸੀਂ ਆਪਣੀ ਮਾਂ ਨੂੰ ਕਹੋ ਕਿ ਮੇਰੀ ਬੇਟੀ ਕਨਿਸ਼ਕ ਲਈ ਕੋਈ ਵਧੀਆ ਰਿਸ਼ਤਾ ਲੱਭ ਦੇਵੇ। ਅਸੀਂ ਆਪਣੀ ਧੀ ਨੂੰ ਪੜ੍ਹਾ ਲਿਖਾ ਨਹੀਂ ਸਕੇ, ਪਰ ਅਸੀਂ ਚਾਹੁੰਦੇ ਹਾਂ ਕਿ ਸਾਡੀ ਇਕਲੌਤੀ ਧੀ ਦਾ ਵਿਆਹ ਕਿਸੇ ਚੰਗੀ ਥਾਂ ਤੇ ਹੋਵੇ ਜਿੱਥੇ ਉਹ ਗਰੀਬੀ ਭਰੀ ਜ਼ਿੰਦਗੀ ਨਾ ਜੀਵੇ ਅਤੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਧੀ ਦਾ ਵਿਆਹ ਜਲਦੀ ਤੋਂ ਜਲਦੀ ਹੋ ਸਕੇ ਤਾਂ ਜੋ ਸਾਡੀ ਧੀ ਆਪਣੇ ਘਰ ਚਲੀ ਜਾਵੇ। ਬਸ ਮੇਰੀ ਧੀ ਲਈ ਕੋਈ ਚੰਗਾ ਰਿਸ਼ਤਾ ਲੱਭੋ ਜੋ ਮੇਰੀ ਮਾਸੂਮ ਧੀ ਨੂੰ ਸਵੀਕਾਰ ਕਰੇ। ਮੈਂ ਆਂਟੀ ਨੂੰ ਦਿਲਾਸਾ ਦਿੰਦੇ ਹੋਏ ਕਿਹਾ, ਹਾਂ ਆਂਟੀ, ਯਕੀਨਨ ਚਿੰਤਾ ਨਾ ਕਰੋ, ਕਨਿਸ਼ਕ ਲਈ ਇੱਕ ਬਹੁਤ ਵਧੀਆ ਮੁੰਡਾ ਮਿਲ ਜਾਵੇਗਾ ਅਤੇ ਉਸ ਦਾ ਵਿਆਹ ਵੀ ਇੱਕ ਚੰਗੇ ਪਰਿਵਾਰ ਵਿੱਚ ਹੋ ਜਾਵੇਗਾ ਜਿੱਥੇ ਸਾਡੀ ਕਨਿਸ਼ਕ ਬਹੁਤ ਖੁਸ਼ ਰਹੇਗੀ। ਚਿੰਤਾ ਨਾ ਕਰੋ, ਸਭ ਕੁਝ ਠੀਕ ਹੋ ਜਾਵੇਗਾ ਅਤੇ ਸਾਡੀ ਕਨਿਸ਼ਕ ਲੱਖਾਂ ਵਿੱਚੋਂ ਇੱਕ ਹੈ। ਕੋਈ ਰਾਜਕੁਮਾਰ ਉਸ ਲਈ ਆਵੇਗਾ ਅਤੇ ਉਸ ਨੂੰ ਆਪਣੀ ਰਾਣੀ ਬਣਾ ਕੇ ਲੈ ਜਾਵੇਗਾ। ਇਹ ਸੁਣ ਕੇ ਆਂਟੀ ਤਾਂ ਉੱਥੋਂ ਚਲੀ ਗਈ, ਪਰ ਕਨਿਸ਼ਕ ਬਹੁਤ ਪਰੇਸ਼ਾਨ ਨਜ਼ਰ ਆ ਰਹੀ। ਉਹ ਮੈਨੂੰ ਕਹਿਣ ਲੱਗੀ, ਮੇਰੇ ਵਰਗੀ ਅੰਨੀ ਕੁੜੀ ਨਾਲ ਕੌਣ ਵਿਆਹ ਕਰੇਗਾ? ਆਖਰ ਕਦੋਂ ਤੱਕ ਮੈਂ ਆਪਣੇ ਮਾਪਿਆਂ ਤੇ ਬੋਝ ਬਣੀ ਰਹਾਂਗੀ? ਮੈਂ ਕਿਹਾ, ਨਹੀਂ ਦੋਸਤ, ਰੱਬ ਨੇ ਜੋ ਤੇਰੀ ਕਿਸਮਤ ਵਿੱਚ ਲਿਖਿਆ ਹੈ ਉਹ ਜ਼ਰੂਰ ਤੇਰੇ ਨਾਲ ਵਿਆਹ ਕਰਕੇ ਤੈਨੂੰ ਆਪਣੇ ਨਾਲ ਲੈ ਜਾਵੇਗਾ। ਦੇਖੋ, ਇੱਕ ਦਿਨ ਆਵੇਗਾ ਜਦੋਂ ਤੇਰਾ ਵਿਆਹ ਕਿਸੇ ਚੰਗੇ ਮੁੰਡੇ ਨਾਲ ਹੋਵੇਗਾ ਤੇ ਤੂੰ ਆਪਣੇ ਸਹੁਰੇ ਘਰ ਬਹੁਤ ਖੁਸ਼ ਹੋਵੇਂਗੀ। ਜੇਕਰ ਤੁਸੀਂ ਅੰਨੇ ਜਾਂ ਅਨਪੜ੍ਹ ਵੀ ਹੋ ਤਾਂ ਕੋਈ ਇਤਰਾਜ਼ ਨਹੀਂ ਕਰੇਗਾ। ਇਹ ਸੁਣ ਕੇ ਕਨਿਸ਼ਕ ਖੁਸ਼ੀ ਨਾਲ ਮੁਸਕਰਾਉਣ ਲੱਗੀ ਅਤੇ ਅਸੀਂ ਦੋਵੇਂ ਖੁਸ਼ੀ ਨਾਲ ਰਹਿਣ ਲੱਗ ਪਏ। ਦੂਜੇ ਪਾਸੇ ਮੇਰੀ ਮਾਂ ਅਤੇ ਕਨਿਸ਼ਕ ਦੀ ਮਾਂ ਦੋਵੇਂ ਉਸ ਲਈ ਚੰਗਾ ਰਿਸ਼ਤਾ ਲੱਭਣ ਦੀ ਕੋਸ਼ਿਸ਼ ਕਰ ਰਹੀਆਂ ਸਨ। ਫਿਰ ਅਚਾਨਕ ਦੂਜੇ ਸ਼ਹਿਰ ਵਿੱਚ ਰਹਿਣ ਵਾਲੀ ਮੇਰੀ ਭਾਬੀ ਦੀ ਤਬੀਅਤ ਵਿਗੜ ਗਈ। ਮੈਨੂੰ ਉਸ ਦੀ ਦੇਖਭਾਲ ਲਈ ਉਸਦੇ ਘਰ ਜਾਣਾ ਪਿਆ, ਪਰ ਜਦੋਂ ਮੈਂ 7 ਮਹੀਨਿਆਂ ਬਾਅਦ ਵਾਪਸ ਆਈ ਤਾਂ ਇੱਥੇ ਸਭ ਕੁਝ ਬਦਲ ਗਿਆ ਸੀ। ਜਦੋਂ ਮੈਂ ਕਨਿਸ਼ਕ ਨੂੰ ਉਸਦੇ ਘਰ ਮਿਲਣ ਗਈ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਜਦੋਂ ਕਨਿਸ਼ਕ ਦੀ ਮਾਂ ਨੇ ਮੈਨੂੰ ਦੱਸਿਆ ਕਿ ਕਨਿਸ਼ਕ ਦਾ ਵਿਆਹ ਹੋ ਗਿਆ ਹੈ, ਮੈਂ ਉਸ ਨੂੰ ਪੁੱਛਿਆ, ਪਰ ਕਿੱਥੇ ਅਤੇ ਕਿਵੇਂ? ਤੁਸੀਂ ਉਸ ਦਾ ਇੰਨੀ ਜਲਦੀ ਵਿਆਹ ਕਿਵੇਂ ਕਰ ਦਿੱਤਾ? ਮੇਰੇ ਨਾਲ ਉਸ ਦੀ ਗੱਲ ਕਰਵਾ ਦਿਓ। ਮੇਰੀ ਗੱਲ ਸੁਣਦੇ ਸਾਰ ਹੀ ਆਂਟੀ ਰੋਣ ਲੱਗ ਪਈ ਤੇ ਕਹਿਣ ਲੱਗੀ, ਬੇਟੀ, ਸਾਡੀ ਧੀ ਲਈ ਬਹੁਤ ਵਧੀਆ ਰਿਸ਼ਤਾ ਆਇਆ ਸੀ। ਉਹ ਮੁੰਡਾ ਉਮਰ ਵਿੱਚ ਬੇਸ਼ੱਕ ਥੋੜਾ ਵੱਡਾ ਸੀ, ਪਰ ਬਹੁਤ ਪੜ੍ਹਿਆ ਲਿਖਿਆ ਤੇ ਕਾਬਲ ਡਾਕਟਰ ਹੈ। ਮੈਂ ਸੁਣਿਆ ਹੈ ਕਿ ਉਹ ਤੁਹਾਡੇ ਕਾਲਜ ਵਿੱਚ ਪ੍ਰੋਫੈਸਰ ਹੈ। ਉਸ ਲੜਕੇ ਦਾ ਨਾਮ ਡਾਕਟਰ ਅਨੁਪਮ ਹੈ। ਉਹ ਖੁਦ ਸਾਡੀ ਧੀ ਦਾ ਰਿਸ਼ਤਾ ਲੈ ਕੇ ਸਾਡੇ ਘਰ ਆਇਆ ਸੀ ਅਤੇ ਉਸ ਨੇ ਕਿਹਾ ਸੀ ਕਿ ਉਸ ਨੂੰ ਸਾਡੀ ਧੀ ਬਹੁਤ ਪਸੰਦ ਆ ਗਈ ਹੈ ਅਤੇ ਉਸ ਨੂੰ
ਉਸ ਦੀਆਂ ਅੱਖਾਂ ਦੀ ਰੌਸ਼ਨੀ ਦੀ। ਕੋਈ ਦਿੱਕਤ ਨਹੀਂ ਹੈ, ਉਸਨੇ ਕਿਹਾ ਕਿ ਮੈਂ ਸਿਰਫ ਕਨਿਸ਼ਕਾ ਨੂੰ ਪਿਆਰ ਕਰਦਾ ਹਾਂ ਅਤੇ ਉਸ ਨਾਲ ਵਿਆਹ ਕਰਨਾ ਚਾਹੁੰਦਾ ਹਾਂ, ਪਰ ਮੈਂ ਤੁਹਾਡੀ ਬੇਟੀ ਨੂੰ ਬਹੁਤ ਖੁਸ਼ ਰੱਖਾਂਗਾ। ਉਸ ਦੇ ਇੰਨੇ ਜਿੱਦ ਕਾਰਨ ਅਸੀਂ ਆਪਣੀ ਧੀ ਦਾ ਵਿਆਹ ਉਸ ਨਾਲ ਕਰਨ ਲਈ ਮਜਬੂਰ ਹੋ ਗਏ, ਕਿਉਂਕਿ ਸਾਨੂੰ ਯਕੀਨ ਸੀ ਜੇਕਰ ਲੜਕਾ ਸਾਡੀ ਧੀ ਨੂੰ ਸਵੀਕਾਰ ਕਰਦਾ ਹੈ ਤਾਂ ਉਹ ਉਸ ਨੂੰ ਜ਼ਰੂਰ ਖੁਸ਼ ਰੱਖੇਗਾ। ਅਤੇ ਕੋਰਟ ਮੈਰਿਜ ਬਹੁਤ ਹੀ ਸਾਦੇ ਤਰੀਕੇ ਨਾਲ ਕਰਕੇ ਅਸੀਂ ਕਨਿਸ਼ਕ ਦਾ ਵਿਆਹ ਡਾਕਟਰ ਅਨੁਪਮਾ ਨਾਲ ਕਰਵਾ ਦਿੱਤਾ। ਉਸ ਤੋਂ ਬਾਅਦ ਹੀ ਸਾਡੀ ਧੀ ਲਾਪਤਾ ਹੋ ਗਈ। ਨਾ ਤਾਂ ਡਾਕਟਰ ਅਨੁਪਮਾ ਅਤੇ ਨਾ ਹੀ ਸਾਡੀ ਧੀ ਦਾ ਪਤਾ ਲੱਗ। ਸਾਨੂੰ ਸਾਡੀ ਬੇਟੀ ਦਾ ਕੋਈ ਫੋਨ ਨਹੀਂ ਆਇਆ ਅਤੇ ਨਾ ਹੀ ਅਸੀਂ ਉਸ ਨਾਲ ਕੋਈ ਗੱਲਬਾਤ ਕਰ ਸਕੇ। ਉਸ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ। ਅਸੀਂ ਡਾਕਟਰ ਅਨੁਪਮ ਬਾਰੇ ਵੀ ਕਾਫੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ, ਪਰ ਪਤਾ ਨਹੀਂ ਲੱਗ ਸਕਿਆ ਕਿ ਉਹ ਕਿੱਥੇ ਗਿਆ। ਕਨਿਸ਼ਕ ਦੇ ਮਾਤਾ ਪਿਤਾ ਨੇ ਮੇਰੇ ਸਾਹਮਣੇ ਹੱਥ ਜੋੜ ਕੇ ਕਿਹਾ, ਬੇਟੀ ਅਸੀਂ ਗਰੀਬ ਹਾਂ, ਕਨਿਸ਼ਕ ਸਾਡੀ ਇਕਲੌਤੀ ਬੇਟੀ ਹੈ। ਕੌਣ ਜਾਣਦਾ ਹੈ ਕਿ ਉਸ ਆਦਮੀ ਨੇ ਸਾਡੀ ਧੀ ਨਾਲ ਕੀ ਕੀਤਾ। ਅਸੀਂ ਉਸ ਅਮੀਰ ਆਦਮੀ ਦੇ ਖਿਲਾਫ ਕੁਝ ਨਹੀਂ ਕਰ ਸਕਦੇ, ਪਰ ਤੁਸੀਂ ਉਸ ਦੇ ਕਾਲਜ ਦੇ ਵਿਦਿਆਰਥੀ ਹੋ। ਤੁਸੀਂ ਕਿਰਪਾ ਕਰਕੇ ਕੁਝ ਕਰੋ ਅਤੇ ਪਤਾ ਕਰੋ ਕਿ ਸਾਡੀ ਧੀ ਕਿੱਥੇ ਹੈ ਅਤੇ ਕਿਸ ਹਾਲਤ ਵਿੱਚ ਹੈ। ਸਾਨੂੰ ਇਹ ਵੀ ਨਹੀਂ ਪਤਾ ਕਿ ਸਾਡੀ ਧੀ ਜਿੰਦਾ ਹੈ ਜਾਂ ਨਹੀਂ। ਉਹਨਾਂ ਲੋਕਾਂ ਦੀਆਂ ਗੱਲਾਂ ਸੁਣ ਕੇ ਮੇਰੀਆਂ ਅੱਖਾਂ ਵਿੱਚੋਂ ਖੂਨ ਉਤਰ ਆਇਆ ਅਤੇ ਮੈਨੂੰ ਬਹੁਤ ਗੁੱਸਾ ਆ ਰਿਹਾ ਸੀ ਕਿ ਇਸ ਦੁਨੀਆ ਵਿੱਚ ਅਜੇ ਘਟੀਆ ਲੋਕ ਰਹਿੰਦੇ ਹਨ ਜੋ ਕਮਜ਼ੋਰ ਅਤੇ ਬੇਸਹਾਰਾ ਲੋਕਾਂ ਨੂੰ ਆਪਣੀ ਤਾਕਤ ਅੱਗੇ ਇਸ ਤਰ੍ਹਾਂ ਮਜਬੂਰ ਕਰਦੇ ਹਨ ਕਿ ਕੋਈ ਵੀ ਉਹਨਾਂ ਦੇ ਖਿਲਾਫ ਕੁਝ ਨਹੀਂ ਕਰ ਸਕਦਾ। ਪਰ ਮੈਂ ਅਜਿਹਾ ਨਹੀਂ ਹੋਣ ਦਿਆਂਗੀ। ਮੈਂ ਯਕੀਨੀ ਤੌਰ ਤੇ ਉਸ ਡਾਕਟਰ ਵਿਰੁੱਧ ਸਾਰੇ ਸਬੂਤ ਇਕੱਠੇ ਕਰਾਂਗੀ ਅਤੇ ਜੇਕਰ ਉਸਨੇ ਸਾਡੀ ਕਨਿਸ਼ਕ ਨਾਲ ਕੁਝ ਗਲਤ ਕੀਤਾ ਹੈ ਤਾਂ ਮੈਂ ਉਸ ਨੂੰ ਸਜ਼ਾ ਦਿਵਾਵਾਂਗੀ ਅਤੇ ਮੈਂ ਉਸ ਨੂੰ ਜਿਉਂਦਾ ਨਹੀਂ ਛੱਡਾਂਗੀ। ਮੈਂ ਫੈਸਲਾ ਕੀਤਾ ਸੀ ਕਿ ਕਨਿਸ਼ਕ ਦੇ ਲਾਪਤਾ ਹੋਣ ਦਾ ਕਾਰਨ ਜਾਣ ਕੇ ਹੀ ਰਹਾਂਗੀ। ਮੈਂ ਉਸੇ ਦਿਨ ਕਾਲਜ ਗਈ ਅਤੇ ਤੁਹਾਡੇ ਬਾਰੇ ਜਾਣਕਾਰੀ ਇਕੱਠੀ ਕਰਨਾ ਸ਼ੁਰੂ ਕਰ ਦਿੱਤੀ। ਤੁਸੀਂ ਕਿੱਥੇ ਰਹਿੰਦੇ ਹੋ? ਮੈਂ ਤੁਹਾਡੇ ਕਾਲਜ ਦੇ ਸਹਿਪਾਠੀਆਂ ਅਤੇ ਆਂਢ ਗੁਆਂਢ ਦੇ ਲੋਕਾਂ ਤੋਂ ਤੁਹਾਡੇ ਬਾਰੇ ਸਾਰੀ ਜਾਣਕਾਰੀ ਇਕੱਠੀ ਕੀਤੀ ਸੀ। ਫਿਰ ਮੈਨੂੰ ਪਤਾ ਲੱਗਾ ਕਿ ਡਾਕਟਰ ਅਨੁਪਮ ਹਰ ਇੱਕ ਨੇਤਰਹੀਨ ਅਤੇ ਅੰਗੂਠਾ ਛਾਪ ਅਨਪੜ੍ਹ ਲੜਕੀ ਨਾਲ ਵਿਆਹ ਕਰਦਾ ਹੈ ਅਤੇ ਉਸਨੇ ਪਹਿਲਾਂ ਵੀ 3 ਵਿਆਹ ਕੀਤੇ ਹਨ, ਪਰ ਉਹ ਤਿੰਨੇ ਲੜਕੀਆਂ ਕਨਿਸ਼ਕ ਵਾਂਗ ਗਾਇਬ ਹੋ ਗਈਆਂ ਅਤੇ ਅੱਜ ਤੱਕ ਉਹਨਾਂ ਬਾਰੇ ਕੁਝ ਨਹੀਂ ਪਤਾ ਲੱਗਾ। ਮੈਂ ਇਹ ਸਭ ਜਾਣ ਕੇ ਹੈਰਾਨ ਰਹਿ ਗਈ ਅਤੇ ਫਿਰ ਮੈਂ ਫੈਸਲਾ ਕੀਤਾ ਕਿ ਮੈਨੂੰ ਇਸ ਰਾਜ ਤੋਂ ਪਰਦਾ ਚੁੱਕਣਾ ਪਵੇਗਾ। ਆਖਿਰ ਇਹਨਾਂ ਨੇਤਰਹੀਨ ਅਤੇ ਅਨਪੜ੍ਹ ਕੁੜੀਆਂ ਨਾਲ ਕੀ ਹੋਇਆ ਅਤੇ ਕਿੱਥੇ ਹਨ ਅਤੇ ਗਾਇਬ ਕਰਕੇ ਕਿੱਥੇ ਰੱਖਾ ਗਿਆ ਅਤੇ ਕੀ ਉਹ ਜਿੰਦਾ ਹਨ ਜਾਂ ਨਹੀਂ। ਬਸ ਉਸੇ ਦਿਨ ਤੋਂ ਮੈਂ ਅੰਨੀ ਬਣਨ ਦੀ ਐਕਟਿੰਗ ਕੀਤੀ ਅਤੇ ਤੁਹਾਡੇ ਸਾਹਮਣੇ ਮੈਂ ਅੰਨੀ ਬਣ ਗਈ ਤੇ ਘਰਦਿਆਂ ਤੋਂ ਲੁੱਕ ਕੇ ਮੈਂ ਤੇਰੇ ਨਾਲ ਵਿਆਹ ਕਰ ਲਿਆ, ਕਿਉਂਕਿ ਇਹੀ ਇੱਕ ਰਸਤਾ ਸੀ ਜੋ ਮੈਨੂੰ ਤੇਰੇ ਤੱਕ ਪਹੁੰਚਾ ਸਕਦਾ ਸੀ ਅਤੇ ਇਸ ਤਰ੍ਹਾਂ ਤੁਹਾਡੀ ਸੱਚਾਈ ਤੋਂ ਪਰਦਾ ਉੱਠ ਸਕਦਾ ਸੀ। ਅਤੇ ਵਿਆਹ ਦੀ ਰਾਤ ਜਦੋਂ ਤੁਸੀਂ ਕਾਲ ਤੇ ਗੱਲ ਕਰ ਰਹੇ ਸੀ, ਜਦੋਂ ਤੁਸੀਂ ਆਏ ਸੀ ਅਤੇ ਬਾਰ-ਬਾਰ ਉਹ ਫੋਨ ਕਾਲ, ਇਹ ਸਾਰੀਆਂ ਗੱਲਾਂ ਮੇਰੇ ਦਿਮਾਗ ਵਿੱਚ ਘੁੰਮ ਰਹੀਆਂ ਸਨ ਅਤੇ ਇਹਨਾਂ ਹਰਕਤਾਂ ਤੋਂ ਇਹ ਸਪਸ਼ਟ ਹੋ ਗਿਆ ਸੀ ਅਤੇ ਹੌਲੀ-ਹੌਲੀ ਮੈਨੂੰ ਆਪਣੇ ਸਵਾਲਾਂ ਦੇ ਜਵਾਬ ਮਿਲਣ ਲੱਗ ਪਏ ਸਨ। ਇਹ ਸਭ ਕੀ ਅਤੇ ਕਿਉਂ ਹੋਇਆ? ਜਦੋਂ ਮੈਂ ਉਸ ਦਿਨ ਤੁਹਾਡੇ ਘਰ ਦੀ ਤਲਾਸ਼ੀ ਲਈ ਤਾਂ ਮੈਨੂੰ ਕੁਝ ਵੀਜ਼ਿਆਂ ਅਤੇ ਪਾਸਪੋਰਟ ਦੀਆਂ ਕਾਪੀਆਂ ਮਿਲੀਆਂ, ਜਿਨ੍ਹਾਂ ਵਿੱਚੋਂ ਕੁਝ ਕੁੜੀਆਂ ਦੀਆਂ ਫੋਟੋਆਂ ਤੇ ਉਹਨਾਂ ਦੇ ਨਾਮ ਵੀ ਲਿਖੇ ਹੋਏ ਸਨ। ਪਰ ਮੈਨੂੰ ਨਹੀਂ ਪਤਾ ਸੀ ਕਿ ਤੁਸੀਂ ਕੁੜੀਆਂ ਦੀ ਜ਼ਿੰਦਗੀ ਕਿਵੇਂ ਬਰਬਾਦ ਕਰ ਦਿੱਤੀ। ਅਤੇ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਇਹਨਾਂ ਫੋਟੋਆਂ ਵਿੱਚੋਂ ਇੱਕ ਫੋਟੋ ਕਨਿਸ਼ਕ ਦੀ ਸੀ ਅਤੇ ਬੱਸ ਵਿੱਚ ਇੱਥੇ ਆਈ ਸੀ ਜਦੋਂ ਤੁਸੀਂ ਉਸ ਨੂੰ ਇਸ ਰਾਜ ਦਾ ਖੁਲਾਸਾ ਕਰਨ ਲਈ ਭੇਜਿਆ ਸੀ। ਤੇਰੇ ਨਾਲ ਵਿਆਹ ਕਰਵਾਉਣ ਦਾ ਮੇਰਾ ਇੱਕੋ ਇੱਕ ਮਕਸਦ ਕਨਿਸ਼ਕ ਅਤੇ ਹੋਰ ਕੁੜੀਆਂ ਨੂੰ ਲੱਭਣਾ ਸੀ। ਜਦੋਂ ਮੈਂ ਇਹ ਸਭ ਗੱਲਾਂ ਕਰ ਰਹੀ ਸੀ ਤਾਂ ਡਾਕਟਰ ਅਨੁਪਮਾ ਨੇ ਕਿਸੇ ਲੜਕੇ ਵੱਲ ਇਸ਼ਾਰਾ ਕੀਤਾ ਅਤੇ ਥੋੜੇ ਸਮੇਂ ਵਿੱਚ ਹੀ ਮੇਰੀਆਂ ਅੱਖਾਂ ਦੇ ਸਾਹਮਣੇ ਕਨਿਸ਼ਕ ਮੌਜੂਦ ਸੀ। ਮੈਂ ਉਸ ਨੂੰ ਦੇਖ ਕੇ ਦੰਗ ਰਹਿ ਗਈ ਅਤੇ ਮੇਰੀਆਂ ਅੱਖਾਂ ਖੁੱਲੀਆਂ ਰਹਿ ਗਈਆਂ। ਉਸ ਦਾ ਗਹਿਟਾ ਪੂਰੀ ਤਰ੍ਹਾਂ ਬਦਲ ਗਿਆ ਸੀ ਅਤੇ ਅਸਲ ਵਿੱਚ ਉਹ ਬਹੁਤ ਸਮਰਾਟ ਲੱਗ ਰਹੀ ਸੀ ਅਤੇ ਮੈਨੂੰ ਆਪਣੀਆਂ ਅੱਖਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਜਿਵੇਂ ਹੀ ਕਨਿਸ਼ਕ ਮੇਰੇ ਨੇੜੇ ਆਈ, ਮੇਰਾ ਹੱਥ ਫੜਿਆ ਅਤੇ ਤੁਰੰਤ ਮੈਨੂੰ ਜੱਫੀ ਪਾ ਲਈ। ਅਤੇ ਅੱਜ ਕਨਿਸ਼ਕ ਦੀਆਂ ਅੱਖਾਂ ਤੇ ਕਾਲੀ ਐਨਕ ਵੀ ਨਹੀਂ ਸੀ। ਉਹ ਮੇਰੇ ਗਲੇ ਲੱਗ ਕੇ ਕਹਿੰਦੀ, ਕਿਵੇਂ ਆ ਨਿਸ਼ਾ? ਇਹ ਸੁਣ ਕੇ ਮੈਨੂੰ ਹੋਰ ਵੀ ਖੁਸ਼ੀ ਹੋਈ ਕਿ ਮੇਰੀ ਦੋਸਤ ਮੈਨੂੰ ਪਹਿਚਾਣਦੀ ਸੀ ਅਤੇ ਮੈਨੂੰ ਦੇਖ ਸਕਦੀ ਸੀ। ਇਸ ਦਾ ਮਤਲਬ ਉਸ ਦੀ ਅੱਖਾਂ ਦੀ ਰੌਸ਼ਨੀ ਵਾਪਸ ਆ ਗਈ ਸੀ।
ਮੈਂ ਇਹ ਸਭ ਦੇਖ ਕੇ ਹੈਰਾਨ ਰਹਿ ਗਈ ਕਿ ਇਹ ਸਭ ਕਿਵੇਂ ਅਤੇ ਕਿਉਂ। ਮੇਰੀਆਂ ਅੱਖਾਂ ਵਿੱਚ ਅਥਰੂ ਆ ਗਏ ਸਨ। ਫਿਰ ਮੈਂ ਡਾਕਟਰ ਅਨੁਪਮਾ ਨੂੰ ਪੁੱਛਿਆ ਕਿ ਇਹ ਸਭ ਤੁਸੀਂ ਕਿਵੇਂ ਕਰਦੇ ਹੋ? ਆਖਰ ਕੀ ਰਾਜ ਹੈ? ਇਹ ਸਭ ਦੇ ਪਿੱਛੇ ਅਜਿਹੀ ਕਿਹੜੀ ਵਜ੍ਹਾ ਸੀ ਕਿ ਜਿਸ ਨੇ ਤੁਹਾਨੂੰ ਇਹ ਸਭ ਕਰਨ ਲਈ ਮਜਬੂਰ ਕਰ ਦਿੱਤਾ? ਮੈਂ ਸਭ ਕੁਝ ਜਾਣਨਾ ਚਾਹੁੰਦੀ ਹਾਂ। ਡਾਕਟਰ ਅਨੁਪਮਾ ਦੇ ਚਿਹਰੇ ਤੇ ਅਜੀਬ ਜਿਹੀ ਮਾਯੂਸੀ ਸੀ। ਉਸ ਨੇ ਕਿਹਾ ਕਿ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਮੈਂ ਇਹ ਸਭ ਕੁਝ ਕਿਉਂ ਕੀਤਾ ਅਤੇ ਮੈਂ ਇੱਥੇ ਸਾਰੀਆਂ ਅੰਨੀਆਂ ਅਤੇ ਅਨਪੜ੍ਹ ਕੁੜੀਆਂ ਨੂੰ ਕਿਉਂ ਲੈ ਕੇ ਆਉਂਦਾ ਹਾਂ। ਇਹ ਸਭ ਕੁਝ ਤੁਸੀਂ ਪਹਿਲਾਂ ਜਾਣ ਹੀ ਗਏ ਹੋ ਤਾਂ ਮੈਂ ਤੁਹਾਨੂੰ ਇਹ ਵੀ ਦੱਸਾਂ ਕਿ ਮੈਂ ਇਹਨਾਂ ਸਾਰੀਆਂ ਕੁੜੀਆਂ ਨਾਲ ਵਿਆਹ ਕਿਉਂ ਕੀਤਾ, ਕਿਉਂਕਿ ਹਰ ਚੀਜ਼ ਦੇ ਪਿੱਛੇ ਮੇਰੀ ਜ਼ਿੰਦਗੀ ਦਾ ਇੱਕ ਵੱਡਾ ਅਤੇ ਡੂੰਘਾ ਰਾਜ਼ ਛੁਪਿਆ ਹੋਇਆ ਹੈ। ਇਹ ਕਹਿ ਕੇ ਉਹ ਰੋਣ ਲੱਗ ਪਿਆ ਅਤੇ ਮੇਰੇ ਸਾਹਮਣੇ ਹੱਥ ਜੋੜ ਕੇ ਬੋਲਿਆ, ਨਿਸ਼ਾ ਮੈਨੂੰ ਮਾਫ ਕਰ ਦਿਓ। ਸੱਚ ਸੁਣ ਕੇ ਮੈਂ ਤੈਨੂੰ ਤਲਾਕ ਦੇ ਕੇ ਆਜ਼ਾਦ ਕਰ ਦੇਵਾਂਗਾ। ਅਤੇ ਉਹ ਮੈਨੂੰ ਕਹਿਣ ਲੱਗਾ ਕਿ ਇਹ ਉਹ ਸਮਾਂ ਸੀ ਜਦੋਂ ਮੈਂ 25 ਸਾਲ ਦਾ ਸੀ ਅਤੇ ਮੈਂ ਜਵਾਨ ਅਤੇ ਸੁੰਦਰ ਸੀ। ਮੈਂ ਇੱਕ ਉੱਚ ਵਰਗ ਪਰਿਵਾਰ ਨਾਲ ਸੰਬੰਧਿਤ ਸੀ। ਮੇਰੀ ਜ਼ਿੰਦਗੀ ਵਿੱਚ ਪੈਸੇ ਅਤੇ ਪਿਆਰ ਦੀ ਕੋਈ ਕਮੀ ਨਹੀਂ ਸੀ। ਜ਼ਿੰਦਗੀ ਨੇ ਮੈਨੂੰ ਸਭ ਕੁਝ ਦਿੱਤਾ ਸੀ, ਸਾਡਾ ਪਰਿਵਾਰ, ਕਾਰੋਬਾਰ ਅਤੇ ਜਾਇਦਾਦ। ਸਾਡੇ ਕੋਲ ਸਭ ਕੁਝ ਸੀ। ਇਸ ਲਈ ਮੈਂ ਆਪਣੇ ਮਾਤਾ ਪਿਤਾ ਤੋਂ ਜੋ ਵੀ ਮੰਗਾਂ ਕੀਤੀਆਂ, ਉਹਨਾਂ ਨੇ ਮੈਨੂੰ ਕਦੇ ਨਾ ਨਹੀਂ ਕੀਤੀ, ਸਗੋਂ ਮੇਰੀ ਹਰ ਇੱਛਾ ਪੂਰੀ ਕੀਤੀ। ਮੈਂ ਆਪਣੇ ਮਾਪਿਆਂ ਦਾ ਇਕਲੌਤਾ ਅਤੇ ਲਾਡਲਾ ਪੁੱਤਰ ਸੀ। ਕੋਈ ਵੀ ਮੰਗ ਨਹੀਂ ਸੀ ਜੋ ਮੇਰੀ ਜ਼ਿੰਦਗੀ ਵਿੱਚ ਪੂਰੀ ਨਾ ਹੋ ਸਕੀ, ਪਰ ਇੱਕ ਮੰਗ ਸੀ ਜੋ ਕਦੇ ਵੀ ਪੂਰੀ ਨਹੀਂ ਹੋ ਸਕੀ, ਜਿਸ ਨੂੰ ਮੈਂ ਦੁਨੀਆ ਦੀ ਖਾਤਰ ਆਪਣੇ ਦਿਲ ਵਿੱਚ ਦਫਨਾਇਆ ਸੀ। ਜਿਸ ਕਾਲਜ ਦਾ ਅੱਜ ਮੈਂ ਪ੍ਰੋਫੈਸਰ ਹਾਂ, ਮੈਂ ਕਦੇ ਇਸ ਕਾਲਜ ਦਾ ਹੁਸ਼ਿਆਰ ਵਿਦਿਆਰਥੀ ਹੋਇਆ ਕਰਦਾ ਸੀ। ਮੈਂ ਡਾਕਟਰ ਅਨੁਪਮ ਨੂੰ ਬੜੀ ਦਿਲਚਸਪੀ ਨਾਲ ਸੁਣ ਰਹੀ ਸੀ ਅਤੇ ਉਹਨਾਂ ਨੇ ਅੱਗੇ ਦੱਸਿਆ ਕਿ ਅਸੀਂ ਇੱਕ ਪ੍ਰੋਜੈਕਟ ਦੇ ਸਿਲਸਿਲੇ ਵਿੱਚ ਕਾਲਜ ਦੇ ਦੌਰੇ ਤੇ ਗਏ ਸੀ ਅਤੇ ਅਸੀਂ ਇੱਕ ਅਜਿਹੀ ਜਗ੍ਹਾ ਜਾਣਾ ਸੀ ਜਿੱਥੇ ਸਾਨੂੰ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਅਤੇ ਕੁਦਰਤ ਬਾਰੇ ਸਿੱਖਣਾ ਸੀ। ਇਸ ਸਮੇਂ ਅਸੀਂ ਸਾਰੇ ਵਿਦਿਆਰਥੀ ਇੱਕ ਗੈਸਟ ਹਾਊਸ ਵਿੱਚ ਠਹਿਰੇ ਹੋਏ ਸੀ ਅਤੇ ਨੇੜੇ ਹੀ ਇੱਕ ਛੋਟਾ ਜਿਹਾ ਪਿੰਡ ਸੀ। ਸਾਡਾ 2-3 ਦੋਸਤਾਂ ਦਾ ਗਰੁੱਪ ਸੀ। ਸਾਨੂੰ ਪਿੰਡ ਆਦਿ ਵਿੱਚ ਜਾਣ ਦਾ ਬਹੁਤ ਸ਼ੌਂਕ ਸੀ। ਇੱਕ ਦਿਨ ਸਵੇਰੇ ਸਵੇਰੇ ਅਸੀਂ ਪਿੰਡ ਵੇਖਣ ਗਏ। ਉੱਥੇ ਜਾ ਕੇ ਸਾਨੂੰ ਬਹੁਤ ਚੰਗਾ ਲੱਗਿਆ ਕਿਉਂਕਿ ਪਿੰਡ ਦੇ ਲੋਕ ਅਤੇ ਪਿੰਡ ਦੀ ਹਵਾ ਬਹੁਤ ਵਧੀਆ ਅਤੇ ਪਿਆਰੀ ਸੀ। ਕਿਉਂਕਿ ਸ਼ਹਿਰ ਦੀ ਸ਼ੋਰ ਸ਼ਰਾਬੇ ਵਾਲੀ ਜ਼ਿੰਦਗੀ ਅਤੇ ਪਿੰਡ ਦੀ ਜ਼ਿੰਦਗੀ ਤੇ ਸ਼ਾਂਤ ਜ਼ਿੰਦਗੀ ਵਿੱਚ ਬਹੁਤ ਫਰਕ ਹੁੰਦਾ ਹੈ। ਹਰ ਪਾਸੇ ਹਰਿਆਲੀ ਸੀ ਅਤੇ ਖੇਤ ਦਿਖਾਈ ਦੇ ਰਹੇ ਸਨ, ਸੁੰਦਰ ਬਾਗ ਅਤੇ ਠੰਡੀ ਮਿੱਟੀ ਦੇ ਛੋਟੇ ਘਰ। ਇੱਥੇ ਜ਼ਿੰਦਗੀ ਜਿਉਣ ਦਾ ਵੱਖਰਾ ਹੀ ਮਜ਼ਾ ਸੀ। ਮੈਂ ਪਿੰਡ ਵਿੱਚ ਸੈਰ ਕਰ ਰਿਹਾ ਸੀ ਕਿ ਆਖਰਕਾਰ ਮੇਰੇ ਨਾਲ ਕੁਝ ਅਜਿਹਾ ਵਾਪਰ ਗਿਆ ਜਿਸ ਬਾਰੇ ਮੈਨੂੰ ਨਹੀਂ ਪਤਾ ਸੀ ਕਿ ਮੇਰੀ ਜ਼ਿੰਦਗੀ ਮੈਨੂੰ ਕਿਸ ਮੋੜ ਤੇ ਲੈ ਕੇ ਜਾ ਰਹੀ ਹੈ। ਮੈਂ ਇੱਕ ਪਾਸੇ ਖੜ ਕੇ ਪਿੰਡ ਦੀ ਠੰਡੀ ਹਵਾ ਨੂੰ ਮਹਿਸੂਸ ਕਰ ਰਿਹਾ ਸੀ। ਮੇਰਾ ਦਿਲ ਜ਼ੋਰ-ਜ਼ੋਰ ਨਾਲ ਜਦੋਂ ਮੇਰੀ ਨਜ਼ਰ ਇੱਕ ਸੋਹਣੀ ਸੁਨੱਖੀ ਅੱਖਾਂ ਵਾਲੀ ਕੁੜੀ ਤੇ ਪਈ। ਉਹ ਆਪਣੇ ਘਰ ਦੀ ਛੱਤ ਤੇ ਕੁਝ ਕੁੜੀਆਂ ਨਾਲ ਬੈਠੀ ਸੀ। ਉਹ ਦਿਲ ਦਿਖਾਉਣ ਵਾਲੀ ਅਤੇ ਉਸ ਦੀ ਪਿਆਰ ਭਰੀ ਮੁਸਕਰਾਹਟ, ਸੁੰਦਰ ਅਤੇ ਮਾਸੂਮ ਚਿਹਰਾ ਦੇਖ ਕੇ ਮੇਰੇ ਚਿਹਰੇ ਤੇ ਮੁਸਕਰਾਹਟ ਫੈਲ ਗਈ। ਐਨੀ ਸੋਹਣੀ ਤੇ ਮਾਸੂਮ ਕੁੜੀ ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਨਹੀਂ ਸੀ ਦੇਖੀ ਤੇ ਮੇਰਾ ਦਿਲ ਇਸ ਕੁੜੀ ਦੇ ਖਿਆਲਾਂ ਵਿੱਚ ਗੁਆਚਿਆ ਹੋਇਆ ਸੀ। ਤੇ ਹੁਣ ਮੈਂ ਹਰ ਰੋਜ਼ ਸਵੇਰੇ ਸਵੇਰੇ ਉਸ ਪਿੰਡ ਜਾ ਕੇ ਉਸ ਕੁੜੀ ਦੇ ਘਰ ਅੱਗੇ ਖੜ ਜਾਂਦਾ। ਉਹ ਸਵੇਰੇ ਸਵੇਰੇ ਆਪਣੀ ਛੱਤ ਤੇ ਬੈਠ ਜਾਂਦੀ ਸੀ ਅਤੇ ਉਸ ਨੂੰ ਦੇਖ ਕੇ ਮੈਨੂੰ ਬਹੁਤ ਖੁਸ਼ੀ ਮਿਲਦੀ ਸੀ। ਪਤਾ ਨਹੀਂ ਉਹਦੀ ਕਿਹੜੀ ਆਦਤ ਸੀ ਜੋ ਮੈਨੂੰ ਆਪਣੇ ਵੱਲ ਖਿੱਚਦੀ ਸੀ। ਮੇਰੇ ਸਾਰੇ ਦੋਸਤ ਮੇਰਾ ਮਜ਼ਾਕ ਉਡਾਉਂਦੇ ਹੋਏ ਕਹਿਣ ਲੱਗੇ ਕਿ ਹੁਣ ਸਾਡੇ ਦੋਸਤ ਨੂੰ ਇੱਕ ਕੁੜੀ ਪਸੰਦ ਆ ਗਈ ਹੈ। ਹੁਣ ਮੈਂ ਦਿਨ ਰਾਤ ਉਸ ਕੁੜੀ ਦੇ ਖਿਆਲਾਂ ਵਿੱਚ ਗੁਆਚਿਆ ਰਹਿੰਦਾ ਹਾਂ, ਪਰ ਮੈਨੂੰ ਨਹੀਂ ਪਤਾ ਸੀ ਕਿ ਮੇਰੇ ਉੱਤੇ ਮੁਸੀਬਤਾਂ ਦਾ ਪਹਾੜ ਡਿੱਗਣ ਵਾਲਾ ਹੈ। ਉਨੀ ਦਿਨੀ ਮੇਰੀ ਜ਼ਿੰਦਗੀ ਮੈਨੂੰ ਬਹੁਤ ਪਿਆਰੀ ਅਤੇ ਖੂਬਸੂਰਤ ਲੱਗ ਰਹੀ ਸੀ। ਭਾਵੇਂ ਸਾਡੇ ਉੱਥੇ ਠਹਿਰਨ ਲਈ ਕੁਝ ਹੀ ਦਿਨ ਬਾਕੀ ਸਨ, ਮੈਂ ਇਹਨਾਂ ਦਿਨਾਂ ਵਿੱਚ ਹੀ ਉਸ ਕੁੜੀ ਨੂੰ ਪ੍ਰਪੋਜ਼ ਕਰਨਾ ਚਾਹੁੰਦਾ ਸੀ ਅਤੇ ਉਸ ਨੂੰ ਆਪਣੀਆਂ ਭਾਵਨਾਵਾਂ ਬਾਰੇ ਦੱਸਣਾ ਚਾਹੁੰਦਾ ਸੀ। ਪਰ ਮੇਰੇ ਇੱਕ ਦੋਸਤ ਨੇ ਮੈਨੂੰ ਸਮਝਾਇਆ ਕਿ ਉਹ ਇੱਕ ਪਿੰਡ ਦੀ ਕੁੜੀ ਹੈ। ਇਹ ਇੱਕ ਪਿੰਡ ਹੈ, ਨਾ ਕਿ ਸਾਡਾ ਸ਼ਹਿਰ, ਜਿੱਥੇ ਤੁਸੀਂ ਕਿਸੇ ਵੀ ਕੁੜੀ ਨੂੰ ਬਿਨਾਂ ਝਿਜਕ ਪ੍ਰਪੋਜ਼ ਕਰੋਗੇ। ਅਸੀਂ ਅਮੀਰ ਅਤੇ ਉੱਚ ਵਰਗ ਪਰਿਵਾਰ ਦੇ ਮੁੰਡੇ ਕਿਸੇ ਵੀ ਕੁੜੀ ਨੂੰ ਪ੍ਰਪੋਜ਼ ਕਰ ਸਕਦੇ ਹਾਂ ਜਿਸ ਨੂੰ ਅਸੀਂ ਪਸੰਦ ਕਰਦੇ ਹਾਂ ਅਤੇ ਉਸ ਤੇ ਆਪਣੀ ਮਰਜ਼ੀ ਥੋਪ ਸਕਦੇ ਹਾਂ। ਪਰ ਪਿੰਡ ਦੇ ਇਹ ਅਨਪੜ੍ਹ ਅਤੇ ਛੋਟੇ ਲੋਕ ਪਸੰਦ ਦੇ ਵਿਆਹ ਅਤੇ ਲੜਕੀ ਦੇ ਪ੍ਰੇਮ ਸੰਬੰਧਾਂ ਨੂੰ ਬਹੁਤ ਗਲਤ ਸਮਝਦੇ ਹਨ। ਪਿੰਡ ਵਿੱਚ ਅਜਿਹਾ ਕੁਝ ਨਹੀਂ ਹੁੰਦਾ ਅਤੇ ਇਹ ਨਾ ਸਿਰਫ ਤੁਹਾਡੇ ਲਈ ਸਗੋਂ
ਇਸ ਲੜਕੀ ਲਈ ਵੀ ਵੱਡੀ ਮੁਸੀਬਤ ਪੈਦਾ ਕਰ ਸਕਦਾ ਹੈ। ਇਹ ਪਿੰਡ ਵਾਸੀ ਇਸ ਗਰੀਬ ਬੱਚੀ ਨੂੰ ਕਦੇ ਜਿਉਂਦਾ ਨਹੀਂ ਰਹਿਣ ਦੇਣਗੇ। ਇਸ ਤੇ ਮੈਂ ਆਪਣੇ ਦੋਸਤ ਨੂੰ ਕਿਹਾ ਕਿ ਫਿਰ ਮੇਰੇ ਕੋਲ ਇੱਕ ਵਿਚਾਰ ਹੈ, ਜੇ ਮੈਂ ਰਿਸ਼ਤਾ ਇਸ ਕੁੜੀ ਦੇ ਘਰ ਭੇਜਾਂ ਤਾਂ ਇਸ ਦੇ ਮਾਪੇ ਮੰਨ ਜਾਣਗੇ। ਮੇਰੇ ਦੋਸਤ ਨੇ ਕਿਹਾ, ਕਿੱਥੇ ਹੈ? ਹਾਂ, ਇਹ ਬਿਲਕੁਲ ਠੀਕ ਹੋਵੇਗਾ ਅਤੇ ਇਹ ਜ਼ਰੂਰ ਹੋ ਸਕਦਾ ਹੈ, ਪਰ ਤੁਹਾਨੂੰ ਆਪਣੇ ਰਿਸ਼ਤੇ ਬਾਰੇ ਗੱਲ ਨਹੀਂ ਕਰਨੀ ਪਵੇਗੀ, ਸਗੋਂ ਤੁਹਾਨੂੰ ਆਪਣੇ ਮਾਤਾ-ਪਿਤਾ ਨੂੰ ਇਸ ਕੁੜੀ ਦੇ ਘਰ ਰਿਸ਼ਤਾ ਲੈ ਕੇ ਭੇਜਣਾ ਪਵੇਗਾ। ਸ਼ਹਿਰ ਆਉਂਦਿਆਂ ਹੀ ਮੈਂ ਸਭ ਤੋਂ ਪਹਿਲਾਂ ਆਪਣੇ ਮਾਪਿਆਂ ਨੂੰ ਉਸ ਕੁੜੀ ਬਾਰੇ ਦੱਸਿਆ। ਮੈਂ ਜ਼ੋਰ ਦੇ ਕੇ ਕਿਹਾ ਕਿ ਮੈਂ ਉਸ ਕੁੜੀ ਨਾਲ ਵਿਆਹ ਕਰਨਾ ਚਾਹੁੰਦਾ ਹਾਂ। ਪਹਿਲਾਂ ਤਾਂ ਮੇਰੇ ਮਾਤਾ-ਪਿਤਾ ਇਸ ਰਿਸ਼ਤੇ ਲਈ ਰਾਜ਼ੀ ਨਹੀਂ ਸਨ, ਕਿਉਂਕਿ ਉਹ ਪਿੰਡ ਦੀ ਅਤੇ ਛੋਟੇ ਪਰਿਵਾਰ ਦੀ ਕੁੜੀ ਸੀ। ਨਾ ਤਾਂ ਉਹ ਪੜ੍ਹੀ ਲਿਖੀ ਹੈ ਅਤੇ ਨਾ ਹੀ ਉਸਦਾ ਪਰਿਵਾਰ ਅਮੀਰ ਹੈ। ਮੇਰੇ ਮਾਤਾ-ਪਿਤਾ ਨੇ ਕਿਹਾ ਕਿ ਤੁਹਾਡਾ ਅਤੇ ਉਸ ਲੜਕੀ ਦਾ ਕੋਈ ਮੇਲ ਨਹੀਂ ਹੈ। ਜੇ ਅਸੀਂ ਵਿਆਹ ਕਰ ਵੀ ਲਿਆ ਤਾਂ ਸਾਡੇ ਸਾਰੇ ਰਿਸ਼ਤੇਦਾਰਾਂ ਵਿੱਚ ਸਾਡੀ ਇੱਜ਼ਤ ਖਰਾਬ ਹੋ ਜਾਵੇਗੀ। ਫਿਲਹਾਲ ਮੈਂ ਬੜੀ ਮੁਸ਼ਕਲ ਨਾਲ ਆਪਣੇ ਮਾਤਾ-ਪਿਤਾ ਨੂੰ ਇਸ ਲੜਕੀ ਨਾਲ ਵਿਆਹ ਕਰਵਾਉਣ ਲਈ ਕਿਸੇ ਤਰ੍ਹਾਂ ਮਨਾ ਲਿਆ ਸੀ ਅਤੇ ਮੈਂ ਆਪਣੇ ਮਾਤਾ-ਪਿਤਾ ਸਮੇਤ ਉਸ ਕੁੜੀ ਦੇ ਪਿੰਡ ਗਿਆ ਸੀ। ਇਸ ਰਿਸ਼ਤੇ ਨੂੰ ਲੈ ਕੇ ਮੇਰੇ ਮਾਤਾ-ਪਿਤਾ ਪਹਿਲਾਂ ਹੀ ਮੇਰੇ ਨਾਲ ਬਹੁਤ ਨਾਰਾਜ਼ ਸਨ, ਪਰ ਜਿਵੇਂ ਹੀ ਮੈਂ ਇੱਥੇ ਆਇਆ ਮੈਂ ਹੈਰਾਨ ਰਹਿ ਗਿਆ। ਜਦੋਂ ਮੇਰੇ ਮਾਪਿਆਂ ਨੇ ਲੜਕੀ ਦੇ ਮਾਪਿਆਂ ਨਾਲ ਗੱਲ ਕੀਤੀ ਤਾਂ ਲੜਕੀ ਦੇ ਮਾਪਿਆਂ ਨੇ ਕਿਹਾ ਕਿ ਅਸੀਂ ਤੁਹਾਨੂੰ ਸਾਫ਼-ਸਾਫ਼ ਦੱਸਾਂਗੇ, ਸਾਡੀ ਧੀ ਸਮੇਤਾ ਆਪਣੀਆਂ ਅੱਖਾਂ ਨਾਲ ਨਹੀਂ ਦੇਖ ਸਕਦੀ। ਉਹ ਨੇਤਰਹੀਨ ਹੈ ਅਤੇ ਬਚਪਨ ਤੋਂ ਹੀ ਇਸ ਤਰ੍ਹਾਂ ਦੀ ਹੈ ਕਿ ਤੁਸੀਂ ਲੋਕ ਸਾਰਾ ਸੱਚ ਸੁਣ ਕੇ ਵੀ ਆਪਣੇ ਮੁੰਡੇ ਦਾ ਵਿਆਹ ਸਾਡੀ ਧੀ ਨਾਲ ਕਰਵਾ ਸਕਦੇ ਹੋ। ਮੈਨੂੰ ਇਹ ਸੁਣ ਕੇ ਬਹੁਤ ਦੁੱਖ ਹੋਇਆ। ਮੈਂ ਇਹ ਵੀ ਨਹੀਂ ਦੇਖਿਆ ਸੀ ਕਿ ਸਮੇਤਾ ਨੇਤਰਹੀਨ ਹੈ ਅਤੇ ਦੇਖ ਨਹੀਂ ਸਕਦੀ, ਪਰ ਫਿਰ ਵੀ ਮੈਨੂੰ ਇਸ ਰਿਸ਼ਤੇ ਤੇ ਕੋਈ ਇਤਰਾਜ਼ ਨਹੀਂ ਸੀ, ਕਿਉਂਕਿ ਮੈਨੂੰ ਉਸ ਨਾਲ ਪਿਆਰ ਹੋ ਗਿਆ ਸੀ। ਇਹ ਸੁਣ ਕੇ ਮੇਰੇ ਮਾਤਾ-ਪਿਤਾ ਸਮੇਤਾ ਨੂੰ ਆਪਣੇ ਘਰ ਦੀ ਨੂੰਹ ਨਹੀਂ ਬਣਾਉਣਾ ਚਾਹੁੰਦੇ ਸਨ। ਪਹਿਲਾਂ ਉਹ ਅਨਪੜ੍ਹ ਸੀ ਅਤੇ ਦੂਜਾ ਉਹ ਦੇਖ ਵੀ ਨਹੀਂ ਸਕਦੀ ਸੀ। ਮੇਰੇ ਮਾਤਾ-ਪਿਤਾ ਨੇ ਇਸ ਰਿਸ਼ਤੇ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ ਅਤੇ ਉੱਥੋਂ ਚਲੇ ਗਏ ਸਨ। ਪਰ ਉਹ ਕੁੜੀ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ ਸੀ। ਇਸ ਤੋਂ ਪਹਿਲਾਂ ਉਸ ਦੀਆਂ ਅੱਖਾਂ ਦੀ ਰੋਸ਼ਨੀ ਘੱਟ ਹੋਣ ਕਾਰਨ ਉਸ ਨੂੰ ਦੁਨੀਆ ਭਰ ਦੇ ਲੋਕਾਂ ਸਾਹਮਣੇ ਤਾਨੇ ਮਾਰੇ ਜਾਂਦੇ ਸਨ ਅਤੇ ਇਹ ਕੋਈ ਪਹਿਲਾ ਰਿਸ਼ਤਾ ਨਹੀਂ ਸੀ। ਉਸ ਦੇ ਅੰਨੇ ਹੋਣ ਕਾਰਨ ਹੋਰ ਰਿਸ਼ਤੇ ਵੀ ਖਤਮ ਹੋ ਗਏ ਸਨ। ਉਹ ਬਹੁਤ ਸੁੰਦਰ ਸੀ, ਪਰ ਉਸ ਦੀ ਨਜ਼ਰ ਦੀ ਕਮੀ ਕਾਰਨ ਉਹ ਉਸ ਨੂੰ ਠੁਕਰਾ ਕੇ ਚਲੇ ਜਾਂਦੇ ਸਨ। ਮੈਂ ਬਹੁਤ ਪਰੇਸ਼ਾਨ ਸੀ ਅਤੇ ਮੈਂ ਆਪਣੇ ਦਿਲ ਵਿੱਚੋਂ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਮੈਂ ਅਜਿਹਾ ਕਰਨ ਵਿੱਚ ਅਸਫਲ ਰਿਹਾ ਅਤੇ ਨਾ ਹੀ ਮੈਂ ਉਸ ਨੂੰ ਭੁੱਲ ਸਕਦਾ ਸੀ। ਮੈਂ ਅਜੇ ਵੀ ਸਮੇਤਾ ਨਾਲ ਵਿਆਹ ਕਰਨ ਲਈ ਤਿਆਰ ਸੀ, ਪਰ ਮੇਰੇ ਮਾਪੇ ਆਪਣੇ ਪਰਿਵਾਰ ਦੀ ਇੱਜ਼ਤ ਬਚਾਉਣ ਲਈ ਆਪਣੇ ਪੁੱਤਰ ਦੀਆਂ ਖੁਸ਼ੀਆਂ ਨੂੰ ਬਰਬਾਦ ਕਰਨ ਤੇ ਤੁਲੇ ਹੋਏ ਸਨ। ਇੱਕ ਦਿਨ ਮੈਂ ਸੋਚਿਆ ਕਿ ਘਰੋਂ ਭੱਜ ਕੇ ਸਮੇਤਾ ਨਾਲ ਵਿਆਹ ਕਰ ਲਵਾਂਗਾ। ਮੈਂ ਆਪਣਾ ਸਮਾਨ ਪੈਕ ਕੀਤਾ ਸੀ ਅਤੇ ਸਭ ਕੁਝ ਪਿੱਛੇ ਛੱਡ ਕੇ ਸਮੇਤਾ ਦੇ ਘਰ ਪਹੁੰਚਿਆ ਤਾਂ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਘਰ ਵਿੱਚ ਬਹੁਤ ਸਾਰੇ ਲੋਕ ਬੈਠੇ ਸਨ ਅਤੇ ਉੱਚੀ-ਉੱਚੀ ਰੋਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਜਿਉਂ ਹੀ ਮੈਂ ਘਰ ਦੇ ਵਿਹੜੇ ਵਿੱਚ ਪਹੁੰਚਿਆ ਤਾਂ ਉੱਥੇ ਸਮੇਤਾ ਦੀ ਮ੍ਰਿਤਕ ਦੇਹ ਰੱਖੀ ਹੋਈ ਸੀ। ਇੱਥੇ ਇਹ ਸਭ ਦੇਖ ਕੇ ਮੈਂ ਰੋਂਦਾ ਰਹਿ ਗਿਆ। ਇਹ ਪਰੇਸ਼ਾਨੀਆਂ ਤੋਂ ਤੰਗ ਆ ਕੇ ਉਸਨੇ ਖੁਦਕੁਸ਼ੀ ਕਰ ਲਈ ਸੀ। ਜਿਸ ਵਿਅਕਤੀ ਲਈ ਮੈਂ ਸਭ ਕੁਝ ਛੱਡ ਕੇ ਇੱਥੇ ਆਇਆ ਸੀ, ਉਹ ਇਸ ਸੰਸਾਰ ਤੋਂ ਪਹਿਲਾਂ ਹੀ ਚਲਾ ਗਿਆ ਸੀ। ਇਸ ਦਾ ਮਤਲਬ ਹੈ ਕਿ ਮੈਨੂੰ ਇੱਥੇ ਆਉਣ ਵਿੱਚ ਦੇਰ ਹੋ ਗਈ ਸੀ। ਜੇ ਮੈਂ ਪਹਿਲਾਂ ਆ ਕੇ ਸਮੇਤਾ ਨਾਲ ਵਿਆਹ ਕਰ ਲਿਆ ਹੁੰਦਾ ਤਾਂ ਸ਼ਾਇਦ ਉਹ ਬਚ ਜਾਂਦੀ। ਉਹ ਮੇਰੀ ਜ਼ਿੰਦਗੀ ਤੋਂ ਇੰਨੀ ਦੂਰ ਚਲੀ ਗਈ ਸੀ ਕਿ ਉਹ ਕਦੇ ਵਾਪਸ ਨਹੀਂ ਆ ਸਕਦੀ ਸੀ। ਮੈਂ ਉਸੇ ਜ਼ਮੀਨ ਤੇ ਡਿੱਗ ਪਿਆ ਅਤੇ ਸਮੇਤਾ ਕਹਿ ਕੇ ਉੱਚੀ-ਉੱਚੀ ਰੋਣ ਲੱਗਾ। ਮੈਨੂੰ ਨਹੀਂ ਪਤਾ ਸੀ ਕਿ ਮੇਰੀ ਅਣਜਾਣ ਖੁਸ਼ੀ ਮੇਰੀ ਜ਼ਿੰਦਗੀ ਵਿੱਚੋਂ ਇਸ ਤਰ੍ਹਾਂ ਅਲੋਪ ਹੋ ਜਾਵੇਗੀ। ਸਮੇਤਾ ਦੇ ਮਾਪਿਆਂ ਨੇ ਮੈਨੂੰ ਬਹੁਤ ਸਮਝਾਇਆ, ਬੇਟਾ ਸ਼ਾਂਤ ਰਹਿ, ਸ਼ਾਇਦ ਉਹ ਤੇਰੀ ਕਿਸਮਤ ਵਿੱਚ ਨਹੀਂ ਸੀ। ਸਾਨੂੰ ਨਹੀਂ ਪਤਾ ਸੀ ਕਿ ਸਾਡੀ ਧੀ ਇੰਨੀ ਡਿਪਰੈਸ਼ਨ ਦੀ ਸ਼ਿਕਾਰ ਹੈ ਕਿ ਉਹ ਆਪਣੀ ਜਾਨ ਲੈ ਲਵੇਗੀ। ਇਹ ਸਮਾਂ ਬਹੁਤ ਮਾੜਾ ਹੈ। ਅਸੀਂ ਆਪਣੀ ਧੀ ਨੂੰ ਬਚਪਨ ਤੋਂ ਹੀ ਦਿਲਾਸਾ ਦੇ ਕੇ ਇਸ ਹੱਦ ਤੱਕ ਪਾਲਿਆ ਸੀ, ਪਰ ਇਸ ਦੁਨੀਆ ਵਿੱਚ ਜੇਕਰ ਕਿਸੇ ਇਨਸਾਨ ਦੀ ਕੋਈ ਕਮੀ ਹੈ, ਦੁਨੀਆ ਦੇ ਲੋਕ ਤਾਨੇ ਮਾਰ ਕੇ ਮਾਰ ਦਿੰਦੇ ਹਨ ਤੇ ਫਿਰ ਸਾਡੀਆਂ ਧੀਆਂ ਪੜ੍ਹੀਆਂ ਲਿਖੀਆਂ ਵੀ ਨਹੀਂ ਹੁੰਦੀਆਂ। ਅਸੀਂ ਗਰੀਬ ਲੋਕ ਆਪਣੀਆਂ ਧੀਆਂ ਨੂੰ ਸਿੱਖਿਆ ਨਹੀਂ ਦਿਵਾ ਸਕਦੇ, ਜਿਸ ਕਾਰਨ ਲੋਕ ਫਾਇਦਾ ਉਠਾਉਂਦੇ ਹਨ ਅਤੇ ਸਾਡੀਆਂ ਧੀਆਂ ਨੂੰ ਘਰ ਵਿੱਚ ਚੰਗੇ ਰਿਸ਼ਤੇ ਨਹੀਂ ਮਿਲਦੇ। ਜੇਕਰ ਅਸੀਂ ਆਪਣੀਆਂ ਧੀਆਂ ਨੂੰ ਸਹੀ ਢੰਗ ਨਾਲ ਸਿੱਖਿਅਤ ਨਹੀਂ ਕਰ ਸਕਦੇ ਤਾਂ ਆਪਣੀਆਂ ਨੇਤਰਹੀਨ ਧੀਆਂ ਦਾ ਇਲਾਜ ਕਰਵਾਉਣਾ ਤਾਂ ਬਹੁਤ ਦੂਰ ਦੀ ਗੱਲ ਹੈ। ਇਹ ਕਹਿ ਕੇ ਸਮੇਤਾ ਦੇ ਮਾਪੇ ਬੁਰੀ ਤਰ੍ਹਾਂ ਰੋ ਰਹੇ ਸਨ। ਮੈਂ ਉਸ ਦਾ ਰੋਣਾ ਬਰਦਾਸ਼ਤ ਨਹੀਂ ਕਰ ਸਕਿਆ ਅਤੇ ਉਸ ਦੇ ਸ਼ਬਦਾਂ ਨੇ ਮੇਰਾ ਦਿਲ ਤੋੜ ਦਿੱਤਾ। ਸ਼ਹਿਰ ਪਰਤਣ ਤੋਂ ਬਾਅਦ ਮੈਂ ਫੈਸਲਾ ਕੀਤਾ ਕਿ ਮੈਂ ਅਜਿਹੀਆਂ ਕੁੜੀਆਂ ਦੀ ਮਦਦ ਕਰਾਂਗਾ। ਮੈਂ ਨਹੀਂ ਚਾਹੁੰਦਾ ਕਿ ਸਮੇਤਾ ਆਪਣੀ ਜ਼ਿੰਦਗੀ ਨੂੰ
ਉਸੇ ਤਰ੍ਹਾਂ ਲਵੇ ਜਿਸ ਤਰ੍ਹਾਂ ਉਸ ਨੇ ਆਪਣੀਆਂ ਕਮੀਆਂ ਕਰਕੇ ਲਿਆ ਸੀ। ਅਜਿਹੀਆਂ ਹੋਰ ਵੀ ਬਹੁਤ ਸਾਰੀਆਂ ਕੁੜੀਆਂ ਨੂੰ ਆਪਣੀ ਜਾਨ ਦਾਅ ਤੇ ਲਗਾਉਣੀ ਪੈਂਦੀ ਹੈ। ਮੈਂ ਉਹਨਾਂ ਲੋਕਾਂ ਦੀ ਮਦਦ ਕਰਾਂਗਾ ਜੋ ਆਪਣੀਆਂ ਧੀਆਂ ਦਾ ਇਲਾਜ ਨਹੀਂ ਕਰਵਾ ਸਕਦੇ ਅਤੇ ਉਹਨਾਂ ਨੂੰ ਸਿੱਖਿਆ ਨਹੀਂ ਦਿਵਾ ਸਕਦੇ। ਮੈਂ ਫੈਸਲਾ ਕਰ ਲਿਆ ਸੀ ਕਿ ਉਸ ਦਿਨ ਤੋਂ ਮੈਂ ਆਪਣੇ ਮਾਤਾ ਪਿਤਾ ਨੂੰ ਛੱਡ ਦਿੱਤਾ ਅਤੇ ਸਮੇਂ ਦੀ ਸੋਚ ਨੂੰ ਬਦਲਣ ਲਈ ਅਤੇ ਆਪਣੇ ਦਿਲ ਵਿੱਚ ਉਸ ਕੁੜੀ ਦੀਆਂ ਯਾਦਾਂ ਨੂੰ ਬਦਲਣ ਲਈ ਆਪਣਾ ਕਾਰੋਬਾਰ ਸ਼ੁਰੂ ਕਰ ਦਿੱਤਾ ਜੋ ਮੇਰੀ ਕਿਸਮਤ ਵਿੱਚ ਨਹੀਂ ਸੀ, ਪਰ ਉਸ ਕੁੜੀ ਦੀਆਂ ਯਾਦਾਂ ਨੇ ਮੈਨੂੰ ਸਦਾ ਲਈ ਬਦਲ ਦਿੱਤਾ ਸੀ। ਮੈਂ ਅਮਰੀਕਾ ਵਿੱਚ ਆਪਣਾ ਇੰਸਟੀਚਿਊਟ ਖੋਲ੍ਹਿਆ ਅਤੇ ਜਦੋਂ ਵੀ ਮੈਂ ਕਿਸੇ ਨੇਤਰਹੀਨ ਅਤੇ ਅਨਪੜ੍ਹ ਲੜਕੀ ਨੂੰ ਦੇਖਿਆ ਮੈਨੂੰ ਇਹੀ ਮਹਿਸੂਸ ਹੋਇਆ। ਜਦੋਂ ਮੈਨੂੰ ਮੇਧਾ ਦੀ ਯਾਦ ਆਉਂਦੀ ਤਾਂ ਮੈਂ ਉਸ ਕੁੜੀ ਨਾਲ ਵਿਆਹ ਕਰ ਲੈਂਦਾ ਅਤੇ ਇੱਥੇ ਅਮਰੀਕਾ ਭੇਜ ਦਿੰਦਾ ਅਤੇ ਨਾਲ ਹੀ ਉਸ ਨੂੰ ਇੱਥੇ ਪੜ੍ਹਨ ਦੀ ਵਧੀਆ ਸਿੱਖਿਆ ਦਿੱਤੀ ਜਾਂਦੀ ਤੇ ਮੈਂ ਉਹਨਾਂ ਕੁੜੀਆਂ ਦਾ ਸਾਰਾ ਖਰਚਾ ਆਪ ਚੁੱਕਦਾ ਸੀ ਅਤੇ ਉਹਨਾਂ ਕੁੜੀਆਂ ਦੀਆਂ ਅੱਖਾਂ ਦਾ ਆਪਰੇਸ਼ਨ ਕੀਤਾ ਜਾਂਦਾ ਜਿਸ ਕਾਰਨ ਉਹ ਕੁੜੀਆਂ ਦੇਖਣ ਲੱਗ ਪਈਆਂ ਅਤੇ ਜਦੋਂ ਉਹ ਕੁੜੀਆਂ ਦੇਖਣ ਲੱਗ ਪਈਆਂ ਤਾਂ ਉਹ ਆਪਣੇ ਮਾਪਿਆਂ ਨੂੰ ਮਿਲ ਕੇ ਉਹਨਾਂ ਨੂੰ ਸਰਪ੍ਰਾਈਜ਼ ਦਿੰਦੀਆਂ ਸਨ ਅਤੇ ਇਹੀ ਮੇਰੀ ਜ਼ਿੰਦਗੀ ਦਾ ਮਕਸਦ ਸੀ ਅਤੇ ਸਭ ਤੋਂ ਵੱਡਾ ਰਾਜ ਜਿਸ ਕਾਰਨ ਅੱਜ ਪਰਦਾ ਹਟ ਗਿਆ ਅਤੇ ਸਾਰੀ ਸੱਚਾਈ ਤੁਹਾਡੇ ਸਾਹਮਣੇ ਹੈ। ਅਤੇ ਅੱਜ ਤੁਹਾਨੂੰ ਇਸ ਗੱਲ ਦਾ ਰਾਜ ਪਤਾ ਲੱਗਾ ਹੈ ਕਿ ਅੰਨੀਆਂ ਅਤੇ ਅਨਪੜ੍ਹ ਕੁੜੀਆਂ ਨਾਲ ਵਿਆਹ ਕਿਉਂ ਕਰਦਾ ਹਾਂ। ਡਾਕਟਰ ਅਨੁਪਮਾ ਦੀਆਂ ਇਹ ਸਾਰੀਆਂ ਗੱਲਾਂ ਸੁਣ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਵਹਿਣ ਲੱਗੇ। ਮੈਂ ਹੱਥ ਜੋੜ ਕੇ ਡਾਕਟਰ ਅਨੁਪਮਾ ਤੋਂ ਮਾਫੀ ਮੰਗੀ ਕਿਉਂਕਿ ਮੈਂ ਕਨਿਸ਼ਕ ਨੂੰ ਬਿਲਕੁਲ ਠੀਕ ਠਾਕ ਦੇਖਿਆ ਸੀ ਅਤੇ ਇਸ ਗੱਲ ਤੋਂ ਬਹੁਤ ਖੁਸ਼ ਸੀ ਕਿ ਉਸ ਦੀਆਂ ਅੱਖਾਂ ਦੀ ਰੌਸ਼ਨੀ ਵਾਪਸ ਆ ਗਈ ਸੀ ਅਤੇ ਉਹ ਬਿਲਕੁਲ ਮਾਡਰਨ ਲੱਗ ਰਹੀ ਸੀ ਅਤੇ ਪੜ੍ਹੀ ਲਿਖੀ ਚੰਗੀ ਅਤੇ ਅਮੀਰ ਕੁੜੀ ਵਾਂਗ ਹੀ ਗੱਲਾਂ ਕਰ ਰਹੀ ਸੀ। ਮੈਂ ਉਸ ਦੇ ਗੈਟਅਪ ਤੋਂ ਹੀ ਅੰਦਾਜ਼ਾ ਲਗਾ ਲਿਆ ਸੀ ਅਤੇ ਫਿਰ ਜਦੋਂ ਮੈਂ ਇੱਥੇ ਰੱਖੀਆਂ ਸਾਰੀਆਂ ਫਾਈਲਾਂ ਦੇਖੀਆਂ ਜਿਸ ਵਿੱਚ ਉਹਨਾਂ ਸਾਰੀਆਂ ਲੜਕੀਆਂ ਦਾ ਹਸਪਤਾਲ ਦਾ ਰਿਕਾਰਡ ਸੀ ਜਿਸ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਅਤੇ ਨਾਲ ਹੀ ਉਹਨਾਂ ਨੂੰ ਇੱਥੇ ਸੰਸਥਾ ਵਿੱਚ ਚੰਗੀ ਸਿੱਖਿਆ ਵੀ ਦਿੱਤੀ ਗਈ ਸੀ। ਮੈਂ ਖੁਸ਼ੀ-ਖੁਸ਼ੀ ਕਨਿਸ਼ਕ ਨੂੰ ਪੁੱਛਿਆ, ਤੁਸੀਂ ਇਹ ਗੱਲ ਆਪਣੇ ਪਰਿਵਾਰ ਤੋਂ ਕਿਉਂ ਛੁਪਾਈ? ਉਹ ਲੋਕ ਤੁਹਾਡੇ ਲਈ ਬਹੁਤ ਚਿੰਤਤ ਹਨ ਅਤੇ ਤੁਸੀਂ ਠੀਕ ਹੋਣ ਤੋਂ ਬਾਅਦ ਆਪਣੇ ਘਰ ਕਿਉਂ ਨਹੀਂ ਗਏ? ਮੇਰੀ ਇਹ ਗੱਲ ਸੁਣ ਕੇ ਉਹ ਕਹਿਣ ਲੱਗੀ, ਠੀਕ ਹੋਣ ਤੋਂ ਬਾਅਦ ਮੈਂ ਘਰ ਜਾ ਕੇ ਆਪਣੇ ਮਾਤਾ-ਪਿਤਾ ਨੂੰ ਖੁਸ਼ਖਬਰੀ ਸੁਣਾਉਣ ਵਾਲੀ ਸੀ ਕਿ ਮੈਂ ਆਪਣੇ ਮਾਤਾ-ਪਿਤਾ ਨੂੰ ਹੈਰਾਨ ਕਰ ਦੇਵਾਂਗੀ ਕਿ ਮੈਂ ਹੁਣ ਦੇਖ ਸਕਦੀ ਹਾਂ। ਪਰ ਜਦੋਂ ਡਾਕਟਰ ਅਨੁਪਮਾ ਨੇ ਮੈਨੂੰ ਤੁਹਾਡੀ ਫੋਟੋ ਦਿਖਾਈ ਅਤੇ ਕਿਹਾ ਕਿ ਇਹ ਇੱਕ ਨਵੀਂ ਕੁੜੀ ਹੈ ਜੋ ਅੰਨੀ ਅਤੇ ਅਨਪੜ੍ਹ ਹੈ, ਇਹ ਲੜਕੀ ਬਹੁਤ ਜਲਦੀ ਸੰਸਥਾ ਵਿੱਚ ਆਉਣ ਵਾਲੀ ਹੈ ਅਤੇ ਡਾਕਟਰ ਅਨੁਪਮਾ ਨੇ ਮੈਨੂੰ ਦੱਸਿਆ ਕਿ ਇਸ ਲੜਕੀ ਦਾ ਨਾਮ ਨੀਸ਼ਾ ਹੈ ਅਤੇ ਉਹ ਦਿੱਲੀ ਵਿੱਚ ਰਹਿੰਦੀ ਹੈ। ਮੈਂ ਸੋਚਿਆ ਕਿ ਇਹ ਤੁਸੀਂ ਸੀ। ਮੈਂ ਤੇਰੀ ਫੋਟੋ ਦੇਖ ਕੇ ਪਛਾਣ ਲਿਆ, ਉਹ ਮੇਰੀ ਬਚਪਨ ਦੀ ਦੋਸਤ ਹੈ। ਮੈਂ ਤਾਂ ਤੈਨੂੰ ਦਿਲ ਦੀਆਂ ਅੱਖਾਂ ਨਾਲ ਦੇਖਿਆ ਸੀ, ਪਰ ਮੈਂ ਹੈਰਾਨ ਸੀ ਕਿ ਇਹ ਕੁੜੀ ਤਾਂ ਅੰਨੀ ਨਹੀਂ ਹੈ, ਫਿਰ ਇੱਥੇ ਕਿਉਂ ਆਵੇਗੀ? ਤਾਂ ਡਾਕਟਰ ਅਨੁਪਮਾ ਵੀ ਇਹ ਸੁਣ ਕੇ ਹੈਰਾਨ ਰਹਿ ਗਏ ਅਤੇ ਮੈਨੂੰ ਪੁੱਛਿਆ ਕਿ ਕੀ ਤੁਹਾਨੂੰ ਯਕੀਨ ਹੈ ਕਿ ਇਹ ਤੁਹਾਡੀ ਉਹੀ ਦੋਸਤ ਹੈ ਜਿਸ ਦਾ ਨਾਮ ਨੀਸ਼ਾ ਹੈ ਅਤੇ ਉਹ ਦਿੱਲੀ ਵਿੱਚ ਰਹਿੰਦੀ ਹੈ ਅਤੇ ਉਹ ਦੇਖ ਸਕਦੀ ਹੈ? ਤਾਂ ਮੈਂ ਕਿਹਾ, ਹਾਂ ਡਾਕਟਰ, ਉਹ ਮੇਰੀ ਦੋਸਤ ਹੈ। ਮੈਂ ਆਪਣੇ ਦੋਸਤ ਨੂੰ ਆਪਣੇ ਦਿਲ ਦੀ ਡੂੰਘਾਈ ਤੋਂ ਜਾਣਦੀ ਹਾਂ, ਮੈਂ ਇਸ ਨੂੰ ਭੁੱਲ ਨਹੀਂ ਸਕਦੀ। ਕਨਿਸ਼ਕ ਦੀਆਂ ਇਹ ਗੱਲਾਂ ਸੁਣ ਕੇ ਮੈਂ ਡਾਕਟਰ ਅਨੁਪਮਾ ਵੱਲ ਦੇਖਿਆ ਅਤੇ ਕਿਹਾ ਕਿ ਇਹ ਸੱਚ ਹੈ ਡਾਕਟਰ ਅਨੁਪਮ, ਤੁਸੀਂ ਮੇਰੀ ਸੱਚਾਈ ਨੂੰ ਪਹਿਲਾਂ ਹੀ ਜਾਣਦੇ ਸੀ? ਉਹ ਕਹਿਣ ਲੱਗਾ, ਹਾਂ, ਮੈਂ ਤੁਹਾਡੀ ਸੱਚਾਈ ਜਾਣਦਾ ਸੀ, ਪਰ ਮੈਂ ਫਿਰ ਵੀ ਚੁੱਪ ਰਿਹਾ ਅਤੇ ਇਹ ਸਾਰਾ ਡਰਾਮਾ ਕੀਤਾ। ਮੈਂ ਹੈਰਾਨੀ ਨਾਲ ਪੁੱਛਿਆ, ਕਿਹੜਾ ਨਾਟਕ? ਕੀ ਮਤਲਬ ਤੁਹਾਡਾ? ਤਾਂ ਉਹ ਮੈਨੂੰ ਦੇਖ ਕੇ ਹੱਸਣ ਲੱਗੀ ਅਤੇ ਕਹਿਣ ਲੱਗੀ ਕਿ ਮੈਂ ਤੇਰੇ ਨਾਲ ਕੋਰਟ ਮੈਰਿਜ ਕੀਤੀ ਸੀ, ਪਰ ਉਹ ਸਾਰੇ ਕਾਗਜ਼ਾਤ ਫਰਜ਼ੀ ਸਨ। ਸਾਡਾ ਧੋਖੇ ਨਾਲ ਵਿਆਹ ਹੋਇਆ ਹੈ। ਮੈਂ ਤੁਹਾਨੂੰ ਇੱਥੇ ਜਾਣ ਬੁੱਝ ਕੇ ਲਿਆਇਆ ਹਾਂ ਤਾਂ ਜੋ ਮੈਂ ਜਾਣ ਸਕਾਂ ਕਿ ਤੁਸੀਂ ਇੱਥੇ ਕਿਉਂ ਅਤੇ ਕਿਸ ਮਕਸਦ ਲਈ ਆਏ ਹੋ। ਮੇਰੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਸੀ। ਅਤੇ ਡਾਕਟਰ ਨੇ ਮੈਨੂੰ ਇੱਕ ਹੋਰ ਗੱਲ ਦੱਸੀ ਜਿਸ ਨੇ ਮੈਨੂੰ ਹੈਰਾਨ ਕਰ ਦਿੱਤਾ। ਡਾਕਟਰ ਅਨੁਪਮ ਨੇ ਦੱਸਿਆ ਕਿ ਮੇਰਾ ਫਰਜ਼ੀ ਮੈਰਿਜ ਸਿਰਫ ਤੁਹਾਡੇ ਨਾਲ ਨਹੀਂ ਬਲਕਿ ਇਹਨਾਂ ਸਾਰੀਆਂ ਲੜਕੀਆਂ ਨਾਲ ਹੋਇਆ ਸੀ। ਮੈਂ ਕਿਸੇ ਕੁੜੀ ਨਾਲ ਵਿਆਹ ਨਹੀਂ ਕਰਵਾਇਆ, ਪਰ ਸਾਰੀਆਂ ਕੁੜੀਆਂ ਨਾਲ ਕੋਰਟ ਮੈਰਿਜ ਕੀਤੇ ਹਨ ਜਿਨ੍ਹਾਂ ਦੇ ਪੇਪਰ ਫਰਜ਼ੀ ਸਨ। ਮੈਂ ਇਹਨਾਂ ਕੁੜੀਆਂ ਨੂੰ ਅਮਰੀਕਾ ਲਿਆਉਣਾ ਚਾਹੁੰਦਾ ਸੀ ਅਤੇ ਲੜਕੀਆਂ ਦਾ ਇਲਾਜ ਕਰਵਾਉਣਾ ਚਾਹੁੰਦਾ ਸੀ। ਜਦੋਂ ਇਹ ਲੜਕੀਆਂ ਇਲਾਜ ਕਰਵਾ ਕੇ ਪੜ੍ਹੀਆਂ ਲਿਖੀਆਂ ਹੋਣਗੀਆਂ ਤਾਂ ਮੈਂ ਉਹਨਾਂ ਨੂੰ ਉਹਨਾਂ ਦੇ ਮਾਪਿਆਂ ਕੋਲ ਭੇਜਾਂਗਾ ਅਤੇ ਜੇਕਰ ਉਹ ਆਪਣੇ ਮਾਪਿਆਂ ਕੋਲ ਜਾਣਾ ਚਾਹੁੰਦੀਆਂ ਹਨ ਤਾਂ ਉਹ ਪੂਰੀ ਸੱਚਾਈ ਦੱਸ ਸਕਦੀਆਂ ਹਨ। ਮੈਂ ਇੱਕ ਵਾਰ ਫਿਰ ਡਾਕਟਰ ਅਨੁਪਮਾ ਦੇ ਸਾਹਮਣੇ ਹੱਥ ਜੋੜ ਕੇ ਉਹਨਾਂ ਤੋਂ ਮਾਫੀ ਮੰਗੀ ਅਤੇ ਉਸ ਤੋਂ ਬਾਅਦ ਅਸੀਂ ਆਪਣੇ ਸ਼ਹਿਰ ਵਾਪਸ ਆ ਗਏ। ਉੱਥੋਂ ਅਸੀਂ ਕਨਿਸ਼ਕ ਨੂੰ ਉਸ ਦੇ ਘਰ ਵਾਪਸ ਲੈ ਆਏ ਜਿੱਥੇ ਉਸ ਦੇ ਮਾਤਾ ਪਿਤਾ ਉਸ ਨੂੰ ਦੇਖ ਕੇ ਬਹੁਤ ਖੁਸ਼ ਹੋਏ ਅਤੇ ਜਦੋਂ ਉਹਨਾਂ ਨੂੰ ਪਤਾ
ਲੱਗਾ ਕਿ ਉਸ ਦੀ ਧੀ ਦੀਆਂ ਅੱਖਾਂ ਦੀ ਰੌਸ਼ਨੀ ਮੁੜ ਆਉਣ ਤੇ ਉਸ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਅਤੇ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਧੀ ਵੀ ਪੜ੍ਹੀ ਲਿਖੀ ਹੋ ਗਈ ਹੈ ਤਾਂ ਉਸ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਉਹ ਲੋਕ ਬਹੁਤ ਖੁਸ਼ ਸਨ ਅਤੇ ਆਪਣੀ ਕਿਸਮਤ ਤੇ ਬਹੁਤ ਮਾਣ ਕਰਦੇ ਸਨ। ਇਸੇ ਤਰ੍ਹਾਂ ਅਸੀਂ ਇਹਨਾਂ ਸਾਰੀਆਂ ਕੁੜੀਆਂ ਨੂੰ ਉਹਨਾਂ ਦੇ ਘਰ ਲੈ ਆਏ ਜੋ ਹੁਣ ਸਭ ਨੂੰ ਆਪਣੀਆਂ ਅੱਖਾਂ ਨਾਲ ਦੇਖ ਸਕਦੀਆਂ ਸਨ ਅਤੇ ਆਪਣੇ ਮਾਪਿਆਂ ਨੂੰ ਵੀ ਪਛਾਣ ਸਕਦੀਆਂ ਸਨ। ਉਹਨਾਂ ਦੇ ਮਾਪੇ ਵੀ ਆਪਣੀਆਂ ਧੀਆਂ ਨੂੰ ਮਿਲ ਕੇ ਅਤੇ ਉਹਨਾਂ ਦੀਆਂ ਅੱਖਾਂ ਦੀ ਰੌਸ਼ਨੀ ਬਹਾਲ ਦੇਖ ਕੇ ਬਹੁਤ ਖੁਸ਼ ਹੋਏ। ਮੈਂ ਡਾਕਟਰ ਅਨੁਪਮਾ ਤੇ ਬਹੁਤ ਮਾਣ ਮਹਿਸੂਸ ਕਰ ਰਹੀ ਸੀ ਕਿ ਉਸ ਨੇ ਕਿੰਨਾ ਵਧੀਆ ਕੰਮ ਕੀਤਾ, ਪਰ ਇੱਕ ਤਰ੍ਹਾਂ ਨਾਲ ਮੈਨੂੰ ਉਸ ਲਈ ਬਹੁਤ ਅਫਸੋਸ ਵੀ ਹੋਇਆ ਕਿ ਉਸ ਨਾਲ ਅਤੇ ਉਸ ਦੇ ਪਰਿਵਾਰ ਨਾਲ ਸੱਚਮੁੱਚ ਬੁਰਾ ਹੋਇਆ, ਬਹੁਤ ਮਾੜਾ ਹੋਇਆ ਸੀ। ਇਸ ਸਮੇਂ ਡਾਕਟਰ ਅਨੁਪਮ ਬਹੁਤ ਚੰਗੇ ਇਨਸਾਨ ਹਨ। ਉਸ ਨੇ ਕਈ ਕੁੜੀਆਂ ਨੂੰ ਜਿਉਣ ਦਾ ਕਾਰਨ ਦਿੱਤਾ ਅਤੇ ਅੱਜ ਵੀ ਡਾਕਟਰ ਅਨੁਪਮਾ ਇਹੀ ਕੰਮ ਕਰਦੇ ਹਨ। ਪਰ ਹੁਣ ਉਹ ਕੁੜੀਆਂ ਨੂੰ ਵਿਆਹ ਦਾ ਲਾਲਚ ਨਹੀਂ ਦਿੰਦੇ। ਉਸ ਦੇ ਮਾਤਾ ਪਿਤਾ ਨੂੰ ਸਾਰੀ ਸੱਚਾਈ ਦੱਸਣ ਤੋਂ ਬਾਅਦ ਉਹ ਉਸ ਨੂੰ ਆਪਣੇ ਨਾਲ ਅਮਰੀਕਾ ਲੈ ਗਏ ਅਤੇ ਉਸ ਦਾ ਆਪਰੇਸ਼ਨ ਕਰਵਾਇਆ। ਹੁਣ ਮੈਂ ਇਸ ਕੰਮ ਵਿੱਚ ਡਾਕਟਰ ਅਨੁਪਮਾ ਦਾ ਸਾਥ ਦਿੰਦੀ ਹਾਂ ਅਤੇ ਅਸੀਂ ਬਹੁਤ ਸਾਰੀਆਂ ਕੁੜੀਆਂ ਦੀਆਂ ਅੱਖਾਂ ਦੀ ਰੌਸ਼ਨੀ ਬਹਾਲ ਕਰਕੇ ਉਹਨਾਂ ਨੂੰ ਸਿੱਖਿਆ ਦਿੱਤੀ ਜੋ ਅੱਜ ਆਪਣੇ ਪੈਰਾਂ ਤੇ ਖੜੀਆਂ ਹਨ ਅਤੇ ਕਿਸੇ ਤੇ ਬੋਝ ਨਹੀਂ ਹੈ। ਦੋਸਤੋ, ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਹੋਵੇਗੀ। ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ, ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਹਾਂ, ਕਿਰਪਾ ਕਰਕੇ ਨੋਟੀਫਿਕੇਸ਼ਨ ਨੂੰ ਦਬਾਇਓ ਤਾਂ ਜੋ ਅਗਲੀ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ।